हाँ जी, सत श्री अकाल, सलाम वालेकुम ते नमस्ते। मैं ਤੁਹਾਡਾ ਆਪਣਾ ਮਲਕੀਤ ਸਿੰਘ ਨੀਟਾ, ਮੇਰਾ ਨਾਮ ਸ਼ੁਭਮ ਵੀਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਇਸ ਵੀਡੀਓ ਜ਼ਰੀਏ ਪਹਿਲੀ ਗੱਲ ਤੇ ਹੀ ਥੈਂਕ ਯੂ ਕਰਨਾ ਚਾਹੁੰਦੇ ਆ ਸਾਰੇ ਸਾਡੇ ਸਟੂਡੈਂਟਸ ਦਾ, ਜਿੰਨੇ ਵੀ ਲੋਕ ਜਿੰਨੇ ਵੀਰ ਸਾਨੂੰ ਫੋਨ ਕਰਦੇ ਨੇ, ਸਾਨੂੰ ਪਿਆਰ ਕਰਦੇ ਨੇ, ਸਾਡੇ ਤੇ ਮਾਣ ਕਰਦੇ ਨੇ। ਕਈ ਵਾਰੀ ਸਟੂਡੈਂਟ ਸਾਡਾ ਨਹੀਂ ਵੀ ਹੁੰਦਾ ਲੇਕਿਨ ਫਿਰ ਵੀ ਫੋਨ ਲਾ ਕੇ ਸਾਡੇ ਨਾਲ ਗੱਲਬਾਤ ਕਰਦਾ ਹੈ, ਆਪਣਾ ਮੰਨ ਲਓ ਜੋ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਐਪਰੀਸ਼ੀਏਟ ਕਰਦਾ ਹੈ, ਕਿਉਂਕਿ ਮਾਰਕੀਟ ਵਿੱਚ ਬਹੁਤ ਕੁਝ ਚੱਲ ਰਿਹਾ ਹੈ। ਲੇਕਿਨ ਇਸ ਦੇ ਹੋਣ ਦੇ ਬਾਵਜੂਦ ਵੀ ਅਗਰ ਹਜ਼ਾਰਾਂ ਦੀ ਗਿਣਤੀ ਨਾਲ ਤੁਹਾਡੇ ਨਾਲ ਸਟੂਡੈਂਟ ਪੜ੍ਹ ਰਹੇ, ਇਸ ਦਾ ਮਤਲਬ ਕਿ ਇੱਕ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਹੈ। ਔਰ ਸ਼ਾਇਦ ਇਸੇ ਕਰਕੇ ਇਟਲੀ ਵਿੱਚ ਇਹ ਪਹਿਲੀ ਐਸੀ ਸੰਸਥਾ ਹੈ, ਪਹਿਲੀ ਐਸੀ ਬ੍ਰਾਂਚ ਹੈ ਜੋ SARALA ਹੋਣ ਜਾ ਰਹੀ ਹੈ, ਜਿਹਦੇ ਨਾਲ ਬਹੁਤ ਸਾਰੇ ਸੈਂਕੜੇ ਹੀ ਹੋਰ ਆਟੋ ਸਕੂਲਾਂ ਨੂੰ ਕੰਮ ਮਿਲ ਰਿਹਾ ਹੈ। ਕਿਉਂਕਿ ਸ਼ੁਭਮ ਵੀਰ ਬਹੁਤ ਸਾਰੇ ਐਸੇ ਆਟੋ ਸਕੂਲੇ ਸੀ ਜਿਨ੍ਹਾਂ ਵਿੱਚ ਇੰਡੀਅਨ ਪਾਕਿਸਤਾਨੀ ਜਾਂਦੇ ਸੀਗੇ ਔਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀਗੀ ਜੀ। ਸੋ ਇਹ ਮੇਰੀ ਸਾਡੀ ਇਸ ਕਾਮਯਾਬੀ ਪਿੱਛੇ ਸਾਡੀ ਟੀਮ ਦਾ ਬਹੁਤ ਜ਼ਿਆਦਾ ਹਾਰਡ ਵਰਕ ਹੈ। ਔਰ ਇਸ ਦੇ ਨਾਲ ਨਾਲ ਮੈਂ ਆਪਣੀ ਟੀਮ ਦੇ ਮੈਂਬਰ ਉਹਨਾਂ ਨੂੰ ਵੀ ਮੰਨਦਾ ਹਾਂ ਜੋ ਸਾਡੇ ਕੋਲ ਪੜ੍ਹ ਰਹੇ ਨੇ, ਕਿਉਂਕਿ ਉਹ ਵੀ ਸਾਡੀ ਇੱਕ ਟੀਮ ਦਾ, ਸਾਡੇ ਇੱਕ ਪਰਿਵਾਰ ਦਾ ਹਿੱਸਾ ਬਣ ਚੁੱਕੇ ਨੇ। ਕਿਉਂਕਿ ਇਹ ਪੋਸੀਬਲ ਹੀ ਉਹਨਾਂ ਕਰਕੇ ਹੈ ਕਿ ਉਹ ਸਾਨੂੰ ਸਪੋਰਟ ਕਰਦੇ ਨੇ, ਪਿਆਰ ਕਰਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਥੈਂਕਸ ਆ ਕਿ ਉਹ ਸਾਨੂੰ ਇੰਨਾ ਜ਼ਿਆਦਾ ਪਿਆਰ ਤੇ ਸਪੋਰਟ ਦਿੰਦੇ ਨੇ। ਸੋ ਅੱਜ ਇਟਲੀ ਵਿੱਚ ਨੰਬਰ 1 ਤੇ ਸਟੂਡੈਂਟਸ ਨੂੰ ਲੈ ਕੇ, ਐਂਟਰੀਜ਼ ਨੂੰ ਲੈ ਕੇ SRLA ਹੋਣ ਤੇ ਨੀਟਾ ਬ੍ਰਦਰਸ ਦਾ ਨਾਮ ਹੈ। ਔਰ ਮੈਂ ਨੀਟਾ ਬ੍ਰਦਰਸ ਇਸੇ ਕਰਕੇ ਰੱਖਿਆ ਸੀਗਾ, ਮੈਂ ਔਰ ਮੇਰੇ ਭਰਾ ਮਤਲਬ ਨਾ ਹਿੰਦੂ ਹੈ, ਨਾ ਸਿੱਖ ਹੈ, ਨਾ ਈਸਾਈ ਹੈ, ਕਿਸੇ ਵੀ ਧਰਮ ਦਾ ਹੋਏ ਜੋ ਮੇਰੇ ਨਾਲ ਜੁੜੇਗਾ, ਇਹ ਕੰਪਨੀ ਉਹਨਾਂ ਸਾਰਿਆਂ ਦੀ ਰਲ ਮਿਲ ਕੇ ਹੈ। ਸੋ ਅੱਜ ਇਟਲੀ ਦੇ ਰਿਕਾਰਡਾਂ ਵਿੱਚ ਅਗਰ ਨਾਮ ਬੋਲਦਾ ਹੈ ਉਹ ਸਭ ਤੁਹਾਡੇ ਕਰਕੇ ਹੈ, ਤੁਹਾਡਾ ਥੈਂਕਸ ਹੈ। ਔਰ ਇਸ ਦੇ ਨਾਲ ਨਾਲ ਅਸੀਂ ਅੱਜ ਕੁਝ ਨਵਾਂ ਤੁਹਾਡੇ ਲਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਟੀਮ ਦੇ ਪਿੱਛੇ ਇੱਕ ਹਰ ਰੋਜ਼ ਜਦੋਂ ਇਹ ਕਿਸੇ ਸਟੂਡੈਂਟਸ ਨੂੰ ਮਿਲਦੇ ਨੇ ਜਾਂ ਕਾਲ ਅਟੈਂਡ ਕਰਦੇ ਨੇ ਜਾਂ ਜਦ ਵੀ ਸਟੂਡੈਂਟਸ ਨੂੰ ਇਹਨਾਂ ਨੂੰ ਆਪਣੀ ਪ੍ਰੋਬਲਮ ਸਾਂਝੀ ਕਰਨ ਦਾ ਮੌਕਾ ਮਿਲਦਾ ਹੈ, ਤੇ ਕੁਝ ਐਸੀਆਂ ਗੱਲਾਂ ਨੇ ਜੋ ਬਾਅਦ ਵਿੱਚ ਸਾਹਮਣੇ ਆਉਂਦੀਆਂ ਨੇ, ਉਹਨਾਂ ਵਿੱਚੋਂ ਅੱਜ ਇੱਕ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਪਿਛਲੇ ਕੁਛ ਦਿਨਾਂ ਪਿੱਛੇ ਆਪਾਂ ਇੱਕ ਐਨਾਲਿਸਿਸ ਕੀਤਾ, ਮੀਨਸ ਕਿ ਅਸੀਂ ਮੀਟਿੰਗ ਕੀਤੀ ਸੀ, ਉਹਦੇ ਵਿੱਚ ਅਸੀਂ ਸਾਰਿਆਂ ਨੇ ਆਪਣੀਆਂ ਪ੍ਰੋਬਲਮਸ ਨੂੰ ਸ਼ੇਅਰ ਕੀਤਾ। ਜਿੰਨੇ ਸਾਡੇ ਸਟਾਫ ਮੈਂਬਰ ਨੇ ਉਹਨਾਂ ਨੇ ਫਿਰ ਇੱਕ ਕੱਲੀ ਚੀਜ਼ ਦੱਸੀ ਕਿ ਸਟੂਡੈਂਟ ਨੂੰ ਕਿੱਥੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਜ਼ਿਆਦਾ ਸਵਾਲ ਕਿਹੜਾ ਪੁੱਛਿਆ ਜਾਂਦਾ, ਜ਼ਿਆਦਾ ਸਵਾਲ ਕਿਹੜਾ ਪੁੱਛਿਆ ਗਿਆ। ਸੋ ਉਹਦੇ ਉੱਤੇ ਅਸੀਂ ਅੱਜ ਕੰਟੈਂਟ ਲੈ ਕੇ ਆਏ ਹਾਂ ਕਿ ਉਹਦੇ ਵੀਡੀਓ ਦੇ ਰਾਹੀਂ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਪ੍ਰੋਬਲਮ ਆ ਉਹ ਅਸੀਂ ਸੋਲਵ ਕਰ ਸਕੀਏ। ਸੋ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਨਾਂ ਨੂੰ ਅਪਾਇੰਟਮੈਂਟ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿ ਸਰ ਜਦੋਂ ਅਸੀਂ ਖੁਦ ਲੈਣ ਜਾਂਦੇ ਹਾਂ ਤੇ ਸਾਨੂੰ ਮਤਲਬ ਕੀ ਕਰਨਾ ਚਾਹੀਦਾ, ਕਿੱਦਾਂ ਅਪਾਇੰਟਮੈਂਟ ਲੈਣੀ ਹੈ। ਸੋ ਦੇਖੋ ਜੀ, ਜਦ ਤੁਸੀਂ ਸਾਡੀ ਕਿਤੇ ਵੀ ਵੀਡੀਓ ਦੇਖਦੇ ਹੋ, ਟਿਕਟੋਕ 'ਤੇ ਲਗਾ ਲਓ ਜਾਂ YouTube 'ਤੇ ਲਗਾ ਲਓ ਜਾਂ Facebook 'ਤੇ ਲਗਾ ਲਓ, ਜਾਂ ਸਾਡਾ ਕਲਾਇੰਟ, ਸਾਡਾ ਸਟੂਡੈਂਟ ਹੀ, ਸਾਡਾ ਪ੍ਰਮੋਟਰ ਤੁਹਾਨੂੰ ਦੱਸਦਾ ਹੈ ਕਿ ਨੀਟਾ ਬ੍ਰਦਰਸ ਸਕੂਲ ਲਾਇਸੈਂਸ ਦੀ ਥਿਊਰੀ ਕਰੋ, ਉਸ ਤੋਂ ਜੋ ਅਗਲਾ ਸਟੈਪ ਹੈ, ਕਿਉਂਕਿ ਥਿਊਰੀ ਤਾਂ ਮੈਂ ਤੁਹਾਨੂੰ ਕਰਵਾ ਦੇਣੀ ਹੈ 3 ਮਹੀਨਿਆਂ 3.5 ਮਹੀਨਿਆਂ ਵਿੱਚ, ਜੋ ਇਸ ਤੋਂ ਅਗਲਾ ਪ੍ਰੋਸੀਜਰ ਹੈ ਉਹਨੂੰ 2 ਹਿੱਸਿਆਂ 'ਚ ਵੰਡਿਆ ਗਿਆ ਹੈ। ਇੱਕ ਹੁੰਦਾ ਜਦ ਤੁਸੀਂ ਕਿਸੇ ਆਟੋ ਸਕੂਲੇ ਨਾਲ ਕੰਟੈਕਟ ਕਰਦੇ ਹੋ। ਆਟੋ ਸਕੂਲੇ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਦੇ ਲਾਗੇ ਅਗਰ ਕੋਈ ਵੀ ਡਰਾਈਵਿੰਗ ਸਕੂਲ ਹੈ, ਤੁਸੀਂ ਉਹਨਾਂ ਦੇ ਕੋਲ ਜਾ ਸਕਦੇ ਹੋ, ਆਪਣੀ ਫਾਈਲ ਤਿਆਰ ਕਰਵਾ ਸਕਦੇ ਹੋ ਔਰ ਉਹਨਾਂ ਦੇ ਥਰੂ ਅਪਾਇੰਟਮੈਂਟ ਲੈ ਸਕਦੇ ਹੋ। ਬਹੁਤ ਸਾਰੇ ਸਵਾਲ ਪੁੱਛੇ ਜਾਂਦੇ, ਸਰ ਅਗਰ ਅਸੀਂ ਅਪਾਇੰਟਮੈਂਟ ਤੁਹਾਡੇ ਥਰੂ ਲੈਣਾ ਚਾਹੀਏ, ਸਾਡੇ ਥਰੂ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ, ਲੇਕਿਨ ਉਹੀ ਪ੍ਰੋਵਿੰਚੇ ਵਿੱਚ, ਉਹੀ ਜ਼ਿਲ੍ਹੇ ਵਿੱਚ ਜਿੱਥੇ ਸਾਡੇ ਆਫਿਸ ਨੇ। ਅਸੀਂ ਇਟਲੀ ਵਿੱਚ ਰਹਿੰਦੇ ਹੋਏ ਆਊਟ ਆਫ ਪ੍ਰੋਵਿੰਚਾ ਨਹੀਂ ਜਾ ਸਕਦੇ। ਸੋ ਜਿੱਥੇ ਮੇਰੇ ਸਕੂਲ ਨੇ ਨੀਟਾ ਬ੍ਰਦਰਸ, ਜਿੱਥੇ ਸਾਡੀ ਬ੍ਰਾਂਚਿਸ ਨੇ, ਉੱਥੇ ਅਸੀਂ ਆਪਣੇ ਸਟੂਡੈਂਟਸ ਨੂੰ ਆਪ ਖੁਦ ਅਪਾਇੰਟਮੈਂਟ ਲੈ ਕੇ ਦਿੰਦੇ ਹਾਂ। ਤੇ ਇਹਦੇ ਵਿੱਚ ਜਿਵੇਂ ਕੋਈ ਖੁਦ ਲੈਣਾ ਚਾਹੁੰਦਾ ਆ ਅਪਾਇੰਟਮੈਂਟ, ਤਾਂ ਉਹਦੇ ਲਈ ਕੀ ਪ੍ਰੋਸੀਜਰ ਹੈ? ਅਗਰ ਕੋਈ ਆਟੋ ਸਕੂਲੇ ਤੋਂ ਲੈਂਦਾ ਤਾਂ ਆਊਟੋ ਸਕੂਲਾ ਫਾਈਲ ਪ੍ਰੀਪੇਅਰ ਕਰਕੇ ਦਿੰਦਾ, ਬਟ ਜਦੋਂ ਸਟੂਡੈਂਟ ਚਾਹੁੰਦਾ ਹੈ ਕਿ ਮੈਂ ਖੁਦ ਫਾਈਲ ਸਬਮਿਟ ਕਰਾਂ, ਸੋ ਉਹਦੇ ਬਾਰੇ ਸਾਨੂੰ ਦੱਸੋ। ਸੋ ਦੇਖੋ ਜੀ, ਇਹਨੂੰ 2 ਹਿੱਸਿਆਂ 'ਚ ਇਸ ਕਰਕੇ ਵੰਡਿਆ ਗਿਆ ਹੈ ਕਿ ਜੋ ਆਟੋ ਸਕੂਲਾ ਹੈ, ਯਾਨੀ ਕਿ ਇੱਕ ਡਰਾਈਵਿੰਗ ਸਕੂਲ ਹੈ, ਅਗਰ ਤੁਸੀਂ ਉਹਦੇ ਥਰੂ ਅਪਾਇੰਟਮੈਂਟ ਲੈਂਦੇ ਹੋ ਤੇ ਉੱਥੇ ਥੋੜ੍ਹਾ ਖਰਚਾ ਵੱਧ ਹੋ ਸਕਦਾ, ਕਿਉਂਕਿ ਫਿਰ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਏਗੀ ਤੁਹਾਡੀ ਫਾਈਲ ਨੂੰ ਸਬਮਿਟ ਕਰਵਾਉਣਾ, ਉਸ ਦੇ ਉੱਪਰ ਜੋ ਤਰੀਕ ਹੈ ਅਪਾਇੰਟਮੈਂਟ ਲੈਣੀ ਉਹਨੂੰ ਫਿਕਸ ਕਰਨਾ ਔਰ ਤੁਹਾਨੂੰ ਲੈ ਕੇ ਜਾਣਾ। ਸੋ ਉਹਨਾਂ ਜੋ ਚਾਰजेस ਹੋਣਗੇ ਉਹ ਜ਼ਿਆਦਾ ਹੋਣਗੇ। ਲੇਕਿਨ ਅਗਰ ਤੁਹਾਡੇ ਘਰ ਦੇ ਨਜ਼ਦੀਕ ਮੋਟੋਰੀਜ਼ੇਸ਼ਨ, ਜਿੱਥੇ ਐਗਜ਼ਾਮ ਦਾ ਪੇਪਰ ਪੈਂਦਾ ਹੈ, ਉਹ ਠੀਕ ਹੈ ਜੀ, ਜਿਹੜਾ ਮੋਟੋਰੀਜ਼ੇਸ਼ਨ ਜਿੱਥੇ ਐਗਜ਼ਾਮ ਦਾ ਪੇਪਰ ਪੈਂਦਾ ਹੈ, ਅਗਰ ਤੁਸੀਂ ਉੱਥੇ ਖੁਦ ਜਾ ਕੇ ਪੇਸ਼ ਹੁੰਦੇ ਹੋ, ਤੁਹਾਡਾ ਫਿਰ ਜੋ ਖਰਚਾ ਹੈ ਉਹ ਤਕਰੀਬਨ ਅੱਧਾ ਰਹਿ ਜਾਂਦਾ ਹੈ ਜੋ ਤੁਸੀਂ ਇੱਕ ਆਟੋ ਸਕੂਲ ਨੂੰ ਸਟਾਰਟਿੰਗ ਵਿੱਚ ਦੇਣਾ ਸੀਗਾ। ਸੋ ਇਹ ਸਲਾਹ ਮੈਂ ਉਹਨਾਂ ਨੂੰ ਦੇਵਾਂਗਾ ਜਿਨ੍ਹਾਂ ਦੇ ਕੋਲ ਖੁੱਲ੍ਹਾ ਟਾਈਮ ਹੈ, ਜੋ ਕੰਮ ਤੋਂ ਸਪੈਸ਼ਲ ਛੁੱਟੀ ਨਹੀਂ ਕਰਦੇ, ਉਹ ਜਾ ਕੇ ਡਾਇਰੈਕਟ ਮੋਟੋਰੀਜ਼ੇਸ਼ਨ ਆਪਣੀ ਫਾਈਲ ਸਬਮਿਟ ਕਰਵਾ ਸਕਦੇ ਨੇ। ਉਹਦੇ ਲਈ ਕੋਈ ਵੱਡਾ ਮੰਨ ਲਓ ਕੋਈ ਕੰਮ ਨਹੀਂ ਹੈਗਾ। ਉਹਦੇ ਲਈ ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ ਉਹ ਤੁਹਾਨੂੰ ਅਗਲੇ ਸਟੈਪ 'ਚ ਦੱਸਦੇ ਹਾਂ ਆਪਾਂ।
ਓਕੇ, ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਆਟੋ ਸਕੂਲੇ ਤੋਂ ਵੀ ਆਪਾਂ ਐਡਮਿਸ਼ਨ ਲੈ ਸਕਦੇ ਹਾਂ ਤੇ ਮੋਟੋਰੀਜ਼ਾzione ਤੋਂ ਵੀ, ਤੇ ਇਹਨਾਂ ਵਿੱਚ ਟਾਈਮ ਗੈਪ ਦਾ ਡਿਫਰੈਂਸ ਕਿਉਂ ਕੀਤਾ ਜਾਂਦਾ ਕਿ ਮੋਟੋਰੀਜ਼ਾzione ਅਕੋਰਡਿੰਗ ਟੂ ਜਿੰਨੇ ਸਟੂਡੈਂਟ ਆਏ ਨੇ ਉਹਦੇ ਅਕੋਰਡਿੰਗ ਡੇਟ ਦਿੰਦਾ ਤੇ ਆਟੋ ਸਕੂਲ ਕਈ ਵਾਰ ਸਾਨੂੰ ਜਲਦੀ ਵੀ ਦਵਾ ਸਕਦਾ ਹੈ? ਇਹਦੇ ਵਿੱਚ ਸਰ ਨਾ ਵੱਡੀ ਜੋ ਸਵਾਲ ਪੁੱਛਣਾ ਸਰ, ਸਾਡਾ ਆਟੋ ਸਕੂਲ ਆ ਸਾਨੂੰ ਅਪਾਇੰਟਮੈਂਟ ਮਹੀਨੇ ਬਾਅਦ ਹੀ ਦਿਲਾ ਰਿਹਾ ਹੈ ਔਰ ਮੋਟੋਰੀਜ਼ਾzione 3 ਮਹੀਨੇ ਦਿਲਾ ਰਿਹਾ ਹੈ। ਦੇਖੋ ਜਿਹੜੀਆਂ ਸੀਟਸ ਹੁੰਦੀਆਂ ਨੇ, ਜੋ ਵੀ ਸਟੂਡੈਂਟਸ ਨੇ ਜੋ ਐਗਜ਼ਾਮ ਦੇਣਾ ਹੈ, ਉਹ ਮੋਟੋਰੀਜ਼ਾzione ਡਿਸਾਈਡ ਕਰਦਾ ਹੈ। ਮੈਂ ਐਗਜ਼ਾਮਪਲ ਦਿੰਦਾ, ਮੈਨੂੰ ਖੁਦ ਨੂੰ ਜਿੱਦਾਂ 1 ਮਹੀਨੇ ਦੀਆਂ 20 ਸੀਟਾਂ ਮਿਲੀਆਂ ਨੇ ਔਰ 20 ਸੀਟਾਂ ਵਿੱਚ ਮੈਂ ਡਿਸਾਈਡ ਕਰਨਾ ਹੈ ਕਿ ਮੈਂ ਆਪਣੇ ਕਿਹੜੇ 20 ਸਟੂਡੈਂਟ ਉਹਦੇ ਵਿੱਚ ਬਿਠਾਣੇ ਨੇ। ਇੱਕ ਸਟੂਡੈਂਟ ਮੇਰੇ ਕੋਲ ਆਇਆ ਹੈ, ਉਸ ਕਹਿੰਦਾ ਸਰ ਮੇਰਾ ਜਲਦੀ ਪੇਪਰ ਪਵਾ ਦਿਓ, ਸੋ ਉਸ ਨੂੰ ਮੈਂ ਆਪਣੇ 20 ਸਟੂਡੈਂਟ ਦੇ ਵਿੱਚੋਂ ਇੱਕ ਨੂੰ ਉਸ ਦੀ ਸੀਟ ਆਪਣੇ ਨਵੇਂ ਸਟੂਡੈਂਟ ਨੂੰ ਦਿਲਾ ਸਕਦਾ। ਇਹ ਇੱਕ ਵਜ੍ਹਾ ਹੈ ਕਿ ਆਟੋ ਸਕੂਲ ਵਿੱਚ ਤੁਹਾਨੂੰ ਅਪਾਇੰਟਮੈਂਟ ਜਲਦੀ ਮਿਲ ਸਕਦੀ, ਕਿਉਂਕਿ ਉਹਨਾਂ ਕੋਲ ਸੀਟ ਐਗਜ਼ਾਮ ਵਾਸਤੇ ਅਵੇਲੇਬਲ ਹੁੰਦੀਆਂ ਨੇ। ਅਗਰ ਤੁਸੀਂ ਮੋਟੋਰੀਜ਼ਾzione ਦੀ ਗੱਲ ਕਰਦੇ ਹੋ ਤੇ ਮੋਟੋਰੀਜ਼ਾzione ਵਿੱਚ ਉਹਨਾਂ ਨੇ ਜਿੱਦਾਂ ਤੁਹਾਡਾ ਨੰਬਰ ਆਣਾ ਉਹਨਾਂ ਨੂੰ ਉਸੇ ਹੀ ਅਕੋਰਡਿੰਗ ਤੁਹਾਨੂੰ ਅਪਾਇੰਟਮੈਂਟ ਦੇਣੀ ਆ। ਠੀਕ ਹੈ, ਸੋ ਜੋ ਪ੍ਰਾਇੋਰਟੀ ਹੁੰਦੀ ਹੈ ਮੋਟੋਰੀਜ਼ਾzione ਉਹ ਪਹਿਲੇ ਆਟੋ ਸਕੂਲ ਨੂੰ ਦਿੰਦਾ ਹੈ, ਉਸ ਤੋਂ ਬਾਅਦ ਜੋ ਇੰਡੀਵਿਜੂਅਲ ਤੌਰ ਤੇ ਆਪ ਜਾਂਦਾ ਹੈ ਉਸ ਨੂੰ ਦਿੰਦਾ ਹੈ। ਸੋ ਬਹੁਤ ਹੀ ਵਧੀਆ ਇਨਫੋਰਮੇਸ਼ਨ ਸੀਗੀ। ਆਪਾਂ ਅੱਗੇ ਵਧਦੇ ਹਾਂ, ਸੋ ਉਹਨਾਂ ਨੂੰ ਦੱਸਦੇ ਹਾਂ ਕਿ ਡਾਕੂਮੈਂਟਸ ਕਿਹੜੇ ਚਾਹੀਦੇ ਨੇ। ਸੋ ਤੁਸੀਂ ਸਾਡੀ ਬੈਕ ਸਕਰੀਨ ਤੇ ਦੇਖ ਵੀ ਸਕਦੇ ਹੋ, ਸੋ ਅਸੀਂ ਸ਼ੋਅ ਕਰਾਂਗੇ ਤੁਹਾਨੂੰ। ਸੋ ਜੋ ਡਾਕੂਮੈਂਟਸ ਨੇ, ਇਹ ਵੀਡੀਓ ਖਾਸ ਤੌਰ ਤੇ ਬਣਾ ਰਹੇ ਜਿਨ੍ਹਾਂ ਕੋਲ ਇਟਾਲੀਅਨ ਨਾਗਰਿਕਤਾ, ਇਟਾਲੀਅਨ ਨੈਸ਼ਨਲਿਟੀ ਨਹੀਂ ਹੈਗੀ। ਓਕੇ, ਜਿੱਦਾਂ ਆਪਾਂ ਇੰਡੀਅਨ ਹੋਈਏ, ਪਾਕਿਸਤਾਨੀ ਹੋਈਏ, ਆਪਾਂ ਸਟ੍ਰੇਂਜਰ ਹਾਂ, ਸਾਨੂੰ ਸਾਰਿਆਂ ਨਾਲ ਪਹਿਲਾਂ ਇਟਲੀ ਵਿੱਚ ਜੋ ਸਾਰਿਆਂ ਨਾਲ ਪਹਿਲਾ ਸਟੈਪ ਹੈ ਕਿ ਤੁਹਾਡੇ ਕੋਲ ਪਰਮਿਸੋ ਦੀ ਸੋਜੋਰਨੋ ਹੋਣੀ ਚਾਹੀਦੀ ਆ। ਸੋ ਪਰਮਿਸੋ ਦੀ ਸੋਜੋਰਨੋ ਜੋ ਸਾਨੂੰ ਇਟਲੀ ਵਿੱਚ ਰਹਿਣ ਦੀ ਪਰਮਿਸ਼ਨ ਦਿੰਦੀ ਹੈ। ਲੇਕਿਨ ਉਸ ਤੋਂ ਬਾਅਦ ਕਈ ਸਵਾਲ ਐਸੇ ਆਉਂਦੇ ਨੇ, ਸਰ ਸਾਡੀ ਅਗਰ ਪਰਮਿਸੋ ਦੀ ਸੋਜੋਰਨੋ ਖਤਮ ਹੋ ਗਈ ਆ ਜੀ ਤੇ ਉਹਦੇ ਖਤਮ ਹੋਣ ਤੋਂ ਬਾਅਦ ਤੁਹਾਨੂੰ ਇੱਕ ਰਿਚੇਵੂਤਾ ਮਿਲਦਾ ਹੈ ਔਰ ਉਹ ਰਿਚੇਵੂਤਾ ਜਿਹੜਾ ਹੁੰਦਾ ਹੈ ਉਹ ਤੁਹਾਡੀ ਸੋਜੋਰਨੋ ਦੇ ਬਰਾਬਰ ਹੀ ਹੁੰਦਾ ਹੈ। ਮਤਲਬ ਅਗਰ ਤੁਹਾਡੇ ਕੋਲ ਸੋਜੋਰਨੋ ਹੈ ਤਾਂ ਵੀ ਠੀਕ ਹੈ, ਨਹੀਂ ਤਾਂ ਤੁਸੀਂ ਆਪਣੀ ਕਿੱਟ ਜਮ੍ਹਾਂ ਕਰਾਈ ਹੈ ਉਹ ਰਿਚੇਵੂਤੇ ਨਾਲ ਤੁਸੀਂ ਪੇਪਰ ਪਾ ਸਕਦੇ ਹੋ। ਓਕੇ, ਰਿਚੇਵੂਤਾ। ਸੋ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਇਟਲੀ ਵਿੱਚ ਕਈ ਐਸੇ ਪ੍ਰੋਵਿੰਚੇ ਨੇ, ਕਈ ਐਸੇ ਮੋਟੋਰੀਜ਼ਾzione ਨੇ ਜਿਨ੍ਹਾਂ ਨੇ ਪਹਿਲੀ ਬਿਨਾਂ ਸੋਜੋਰਨੋ ਤੋਂ ਵੀ ਮੇਰੇ ਕਾਫੀ ਸਾਰੇ ਸਟੂਡੈਂਟਸ ਦੇ ਪੇਪਰ ਪਾਉਣ ਦਾ ਮੌਕਾ ਦਿੱਤਾ ਹੈ। ਦੇਖੋ ਇਹ ਗੱਲ ਸੁਣਨ 'ਚ ਵੀ ਥੋੜੀ ਜੀ ਕੀ ਕਹਿੰਦੇ ਨੇ ਉਹ ਲੱਗੇਗੀ, ਕੀ ਕਹਿੰਦੇ ਨੇ ਹੈਰਾਨ ਬੰਦਾ ਹੋ ਜਾਏਗਾ ਵੀ ਬਿਨਾਂ ਸੋਜੋਰਨੋ ਤੋਂ ਪੇਪਰ ਕਿੱਦਾਂ ਪਾ ਸਕਦੇ ਹਾਂ। ਬਿਲਕੁਲ, ਆਪਣੇ ਕੋਲ ਕਾਫੀ ਸਾਰੇ ਐਸੇ ਸਟੂਡੈਂਟਸ ਨੇ ਜੋ ਪਾਸ ਹੋ ਚੁੱਕੇ ਨੇ, ਉਹਨਾਂ ਨੂੰ ਹਜੇ ਇਟਲੀ ਵਿੱਚ ਪਹਿਲੀ ਵਾਰੀ ਸੋਜੋਰਨੋ ਵੀ ਨਹੀਂ ਮਿਲੀ ਸੀਗੀ। ਸੋ ਦੇਖੋ ਜੀ, ਇਹ ਡਿਪੈਂਡ ਕਰਦਾ ਹੈ ਤੁਸੀਂ ਕਿਸ ਪ੍ਰੋਵਿੰਚੇ ਵਿੱਚ ਰਹਿ ਰਹੇ ਹੋ, ਕਿਹੜਾ ਤੁਹਾਡਾ ਏਰੀਆ ਹੈ, ਕਿਹੜਾ ਤੁਹਾਨੂੰ ਮੋਟੋਰੀਜ਼ਾzione ਲਾਗੇ ਪੈਂਦਾ ਹੈ। ਬਹੁਤ ਸਾਰੇ ਐਸੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਸੋਜੋਰਨੋ ਵੈਲਿਡ ਮੰਗੀ ਹੈ, ਬਹੁਤ ਸਾਰੇ ਐਸੇ ਸਟੂਡੈਂਟਸ ਨੇ ਜਿਨ੍ਹਾਂ ਦੇ ਰਿਚੇਵੂਤੇ ਨਾਲ ਹੀ ਕੰਮ ਚੱਲ ਗਿਆ ਹੈ ਔਰ ਕੁਝ ਸਟੂਡੈਂਟ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ ਇਕੱਲੇ ਆਪਣੀ ਬਿਨਾਂ ਸੋਜੋਰਨੋ ਤੋਂ ਹੀ ਪੇਪਰ ਪਾਤਾ ਹੈ। ਜੀ ਹਾਂਜੀ, ਤੁਸੀਂ ਕੁਝ ਟਾਈਮ ਪਹਿਲੇ ਅਪਲੋਡ ਕੀਤੀ ਸੀ ਵੀਡੀਓ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਉਹ ਵੀਰ ਨੇ ਬਿਨਾਂ ਸੋਜੋਰਨੋ ਤੋਂ ਪੇਪਰ ਪਾਇਆ। ਜਿੱਦਾਂ ਹੁਣ ਜਸ਼ਨਵੀਰ ਬੀਤੇ ਦਿਨਾਂ ਵਿੱਚ ਪਾਸ ਹੋਏ ਨੇ, ਲਵਪ੍ਰੀਤ ਹੈ, ਗੁਰਪ੍ਰੀਤ ਕੌਰ ਹੈ, ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੇ ਬਿਨਾਂ ਸੋਜੋਰਨੋ ਤੋਂ ਹੀ ਇਟਲੀ ਵਿੱਚ ਕੋਈ 3-4 ਮਹੀਨੇ ਹੋਏ ਸੀ ਉਹਨਾਂ ਨੇ ਪੇਪਰ ਪਾਤਾ ਹੈ। ਲੇਕਿਨ ਇਹ ਗੱਲ ਮੈਂ ਜ਼ਰੂਰ ਸਾਰਿਆਂ ਨਾਲ ਸਾਂਝੀ ਕਰਨੀ ਚਾਹਾਂਗਾ, ਜ਼ਰੂਰੀ ਨਹੀਂ ਹੈਗਾ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਵੀ ਬਿਨਾਂ ਸੋਜੋਰਨੋ ਤੁਸੀਂ ਪੇਪਰ ਪਾ ਸਕੋ। ਜੀ ਡਿਪੈਂਡ ਕਰਦਾ ਹੈ। ਸੋ ਪਰਮਿਸੋ ਦੀ ਸੋਜੋਰਨੋ ਰਿਚੇਵੂਤੇ ਤੋਂ ਬਾਅਦ ਜੋ ਅਗਲਾ ਸਾਡੇ ਲਈ ਡਾਕੂਮੈਂਟ ਹੈ ਉਹ ਸਾਡਾ ਪਾਸਪੋਰਟ ਹੈ। ਮੇਰੇ ਕੋਲ ਇੰਡੀਅਨ ਪਾਸਪੋਰਟ ਹੈ, ਸੋ ਮੈਨੂੰ ਫਸਟ ਪੇਜ ਔਰ ਲਾਸਟ ਪੇਜ ਦੀ ਜੋ ਫੋਟੋਕਾਪੀ ਹੈ ਉਹ ਲਗਾਉਣੀ ਪੈਂਦੀ ਹੈ ਕਿਉਂਕਿ ਮੈਂ ਇਟਾਲੀਅਨ, ਮੇਰੇ ਕੋਲ ਨਾਗਰਿਕਤਾ ਨਹੀਂ ਹੈਗੀ। ਔਰ ਉਸ ਤੋਂ ਬਾਅਦ ਸਾਡੇ ਕੋਲ ਜੋ ਇਟਲੀ ਵਿੱਚ ਕਾਰਤਾ ਦੀ ਆਇਡੈਂਟੀਟà ਜਿਹਨੂੰ ਆਪਾਂ ਆਇਡੈਂਟੀ ਕਾਰਡ ਕਹਿ ਦਿੰਦੇ ਹਾਂ। ਦੇਖੋ ਹੁਣ ਤਕਰੀਬਨ ਸਾਰਿਆਂ ਨੂੰ ਇੱਕ ਕਾਰਡ ਵਾਲਾ ਮਿਲ ਗਿਆ ਹੈ। ਕੁਝ ਟਾਈਮ ਪਹਿਲੇ ਤੁਹਾਨੂੰ ਇੱਕ ਪੇਪਰ ਵਾਲਾ ਮਿਲਦਾ ਸੀਗਾ ਜੋ ਫੋਲਡ ਹੋ ਜਾਂਦਾ ਸੀਗਾ। ਤੁਹਾਡੇ ਕੋਲ ਜਿਹੜਾ ਵੀ ਹੈਗਾ ਹੈ ਉਹ ਕਾਰਤਾ ਦੀ ਆਇਡੈਂਟੀਟà ਤੁਸੀਂ ਲਗਾਉਣਾ ਜ਼ਰੂਰੀ ਹੈ। ਇਸ ਦੇ ਨਾਲ ਇੱਕ ਬਹੁਤ ਵੱਡਾ ਸਵਾਲ ਪੁੱਛਿਆ ਗਿਆ, ਸਰ ਜਿਸ ਏਰੀਆ 'ਚ ਅਸੀਂ ਪੇਪਰ ਪਾਉਣਾ ਹੈ ਕਿਆ ਸਾਡੇ ਡਾਕੂਮੈਂਟਸ ਵੀ ਉਸੇ ਏਰੀਆ ਦੀ ਚਾਹੀਦੇ ਨੇ? ਨਹੀਂ, ਇਸ ਤੇ ਡਿਪੈਂਡ ਨਹੀਂ ਕਰਦਾ। ਤੁਸੀਂ ਪੇਪਰ ਕਿਤੇ ਵੀ ਜਾ ਕੇ ਅਪਾਇੰਟਮੈਂਟ ਲੈ ਸਕਦੇ ਹੋ, ਪਾ ਸਕਦੇ ਹੋ, ਬਟ ਡਿਪੈਂਡ ਕਰਦਾ ਅਗਰ ਤੁਸੀਂ ਆਪਣੇ ਪ੍ਰੋਵਿੰਚੇ ਤੋਂ ਬਾਹਰ ਜਾ ਕੇ ਪੇਪਰ ਪਾਉਂਦੇ ਹੋ, ਬਟ ਐਟ ਦੀ ਲਾਸਟ ਤੁਹਾਨੂੰ ਗੁਈਦੇ ਵੀ ਉਸੇ ਪ੍ਰੋਵਿੰਚੇ ਦੇ ਵਿੱਚ ਕਰਨੇ ਪੈਣਗੇ। ਤੁਸੀਂ ਲੈ ਸਕਦੇ ਹੋ ਅਪਾਇੰਟਮੈਂਟ, ਬਟ ਤੁਹਾਨੂੰ ਫਿਰ ਗੁਈਦੇ ਵੀ ਉੱਥੇ ਕਰਨੇ ਪੈਣਗੇ। ਸੋ ਜਿੱਦਾਂ ਇੱਥੇ ਵੀ ਗੱਲ ਸਾਂਝੀ ਕਰਨੀ ਬਣਦੀ ਹੈ, ਜਿੱਦਾਂ ਲਗਾ ਲਓ ਹੁਣ ਕਈ ਸਟੂਡੈਂਟਸ ਨੇ ਜੋ ਬ੍ਰੇਸ਼ੀਆ ਨੇ ਲੇਕਿਨ ਪੇਪਰ ਉਹਨਾਂ ਨੇ ਅੰਕੋਨਾ ਵਿੱਚ ਪਾਇਆ ਹੈ ਕਿਉਂਕਿ ਉਹਨਾਂ ਦਾ ਉੱਥੇ ਕਿਤੇ ਰਹਿਣ ਗਏ ਸੀ, ਕਿਤੇ ਕੰਮ ਤੇ ਗਏ ਹੋਏ ਸੀਗੇ। ਦੇਖੋ ਅਗਰ ਤੁਸੀਂ ਆਊਟ ਆਫ ਪ੍ਰੋਵਿੰਚਾ ਜਾਂ ਸੌਖੇ ਲਫ਼ਜ਼ਾਂ 'ਚ ਮੈਂ ਕਹਿਣਾ ਜਿਸ ਵੀ ਏਰੀਆ 'ਚ ਤੁਸੀਂ ਪੇਪਰ ਪਾਓਗੇ ਤੇ ਤੁਹਾਨੂੰ ਫਿਰ ਗੁਈਦੇ ਤੁਹਾਡੇ
6 ਹੋਣ 12 ਹੋਣ 18 ਹੋਣ, ਜਦ ਤੱਕ ਤੁਸੀਂ ਗੱਡੀ ਅੱਛੇ ਤਰੀਕੇ ਨਾਲ ਨਹੀਂ ਚਲਾਉਣਾ ਸਿੱਖਦੇ ਤੁਹਾਨੂੰ ਗੁਈਦੇ ਵੀ ਉਸੇ ਹੀ ਏਰੀਆ ਵਿੱਚ ਕਰਨੇ ਪੈਣਗੇ। ਔਰ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ। ਦੇਖੋ ਸ਼ੁਭਮ ਵੀਰ, ਜਦੋਂ ਤੁਸੀਂ ਇੱਕ ਪ੍ਰੋਵਿੰਸ ਦੇ ਬਿਲਕੁਲ ਜਿਹੜੇ ਆਟੋ ਸਕੂਲੇ ਮਿਲਦੇ ਨੇ ਉਹਨਾਂ ਦੀ ਸਰਹੱਦ ਤੇ, ਜਿੱਦਾਂ ਦੇਖੋ ਹੁਣ ਮੈਂ ਗੱਲ ਕਰਦਾ ਹਾਂ ਬਰੇਸ਼ੀਆ ਔਰ ਬੈਰਗਮੋ ਦੀ, ਸੌਖਾ ਐਗਜ਼ਾਮਪਲ ਦਿੰਦਾ। ਜਿੱਥੇ ਬਰੇਸ਼ੀਆ ਖਤਮ ਹੁੰਦਾ ਔਰ ਬੈਰਗਮੋ ਸ਼ੁਰੂ ਹੁੰਦਾ, ਜਿਹੜੇ ਪਿੰਡ ਜਿਹੜੇ ਏਰੀਏ ਬਿਲਕੁਲ ਦੋਨਾਂ ਪ੍ਰੋਵਿੰਸੀਆਂ ਦੇ ਨਾਲ ਮਿਲਦੇ ਨੇ, ਜਿਨ੍ਹਾਂ ਦੀ ਬਾਉਂਡਰੀਜ਼ ਦੋਨਾਂ ਦੇ ਨਾਲ ਮਿਲਦੀ ਹੈ, ਉੱਥੇ ਕੀ ਹੁੰਦਾ, ਉੱਥੇ ਤੁਹਾਡੇ ਕੋਲ ਪੋਸੀਬਿਲਿਟੀ ਹੈਗੀ ਆ ਕਿ ਤੁਸੀਂ ਆਪਣੇ ਨਾਲ ਦੇ ਪ੍ਰੋਵਿੰਸ ਵਿੱਚ ਜਿਹੜਾ ਨਾਲ ਆਟੋ ਸਕੂਲਾ ਪੈਂਦਾ ਹੈ ਕੰਫੀਨੀ ਮਤਲਬ ਜਿਹੜਾ ਉਹਨਾਂ ਦੇ ਉਸ ਘੇਰੇ ਵਿੱਚ ਆਉਂਦਾ, ਉੱਥੇ ਤੁਸੀਂ ਐਗਜ਼ਾਮ ਦੇਣ ਤੋਂ ਬਾਅਦ ਗੁਈਦੇ ਕਰ ਸਕਦੇ ਹੋ। ਯਾਨੀ ਕਿ ਜ਼ਰੂਰੀ ਹੁਣ ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਤੁਸੀਂ ਬਰੇਸ਼ੀਆ ਦੇ ਵਿੱਚ ਬਰੇਸ਼ੀਆ ਪ੍ਰੋਵਿੰਸ 'ਚ ਤੁਸੀਂ ਐਗਜ਼ਾਮ ਪਾਇਆ ਹੈ, ਲੇਕਿਨ ਤੁਹਾਡਾ ਘਰ ਹੈ ਬਿਲਕੁਲ ਬੈਰਗਮੋ ਖਤਮ ਹੋਣ ਦੇ ਨਾਲ, ਫਿਰ ਤੁਸੀਂ ਬਿਲਕੁਲ ਜਿਹੜੇ ਉਹਦੇ ਬਾਉਂਡਰੀਜ਼ ਤੇ ਯਾਨੀ ਬਿਲਕੁਲ ਜਿਹੜੇ ਉਹਦੇ ਕਿਨਾਰੇ ਤੇ ਆਟੋ ਸਕੂਲ ਨੇ ਉੱਥੇ ਤੁਸੀਂ ਆਪਣੇ ਗੁਈਦੇ ਕਰ ਸਕਦੇ ਹੋ, ਕਿਉਂਕਿ ਇਹ ਇਟਲੀ ਸਰਕਾਰ ਵੱਲੋਂ ਸਾਨੂੰ ਪਰਮਿਸ਼ਨ ਦਿੱਤੀ ਗਈ ਹੈ ਕਿ ਜਿੰਨੇ ਵੀ ਆਟੋ ਸਕੂਲੇ ਕਿਨਾਰਿਆਂ ਤੇ ਨੇ, ਬਾਉਂਡਰੀਜ਼ ਤੇ ਨੇ, 2 ਪ੍ਰੋਵਿੰਸੀਆਂ ਦੀ 2 ਜ਼ਿਲ੍ਹਿਆਂ ਦੀ, ਉੱਥੇ ਤੁਹਾਨੂੰ ਇਜਾਜ਼ਤ ਹੈਗੀ ਆ ਗੁਈਦੇ ਕਰਨ ਦੀ। ਠੀਕ ਹੈ ਜੀ। ਸੋ ਇਸ ਤੋਂ ਅਗਲਾ ਜੋ ਡਾਕੂਮੈਂਟਸ ਹੈ ਉਹ ਹੈ ਕੋਡੀਚੇ ਫਿਸਕਾਲੇ। ਜੋ ਕੋਡੀਚੇ ਫਿਸਕਾਲੇ ਹੈ, ਕਈਆਂ ਨੂੰ ਹਜੇ ਤੱਕ ਕਾਰਡ ਵਾਲਾ ਨਹੀਂ ਮਿਲਿਆ, ਉਹਨਾਂ ਕੋਲ ਪੇਪਰ ਵਾਲਾ ਹੈ ਜਿਨ੍ਹਾਂ ਦੀ ਫਸਟ ਐਂਟਰੀ ਹੈ। ਸੋ ਉਹ ਤੁਹਾਡੇ ਕੋਲ ਕੋਈ ਵੀ ਕੋਡੀਚੇ ਫਿਸਕਾਲੇ ਹੈ, ਇਹ ਤੁਹਾਡਾ ਹੋਣਾ ਜ਼ਰੂਰੀ ਹੈ। ਔਰ ਇਸ ਗੱਲ ਦਾ ਖਿਆਲ ਰੱਖਿਓ ਕਿ ਤੁਹਾਡਾ ਕੋਡੀਚੇ ਫਿਸਕਾਲੇ ਕਿਸੇ ਹੋਰ ਨਾਲ ਮੈਚ ਨਾ ਕਰਦਾ ਹੋਏ, ਕਿਉਂਕਿ ਤਕਰੀਬਨ ਆਪਣੇ ਸਾਰਿਆਂ ਦੇ ਨਾਮ ਸੇਮ ਹੀ ਹੁੰਦੇ ਨੇ। ਸੋ ਕਈ ਵਾਰੀ ਤੁਸੀਂ ਉੱਥੇ ਜਾਓ, ਕਿਸੇ ਹਸਪੀਟਲ ਜਾਓ ਜਾਂ ਕਿਸੇ ਥਾਣੇ 'ਚ ਜਾਓ, ਤਾਂ ਜਦੋਂ ਇੱਕ ਵੀ ਨਾਮ ਸਰਚ ਮਾਰਦੇ, ਯਕੀਨ ਮੰਨਿਓ ਕਈਆਂ ਦੀ ਡੇਟ ਆਫ ਬਰਥ ਵੀ ਇੱਕੋ ਜੈਸੀ ਹੈ। ਨਹੀਂ, ਜਿੰਨੇ ਐਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਵੀ ਮੈਂ ਦੇਖਦਾ ਜੇ ਅਮਨਪ੍ਰੀਤ ਹੈ ਤੇ ਅਮਨਪ੍ਰੀਤ ਹੁੰਦੇ, ਕਾਫੀ ਨੇਮ ਸਾਡੇ ਮੈਚ ਹੁੰਦੇ ਨੇ। ਸੋ ਅਸੀਂ ਜਿਹੜੇ ਮੇਰੇ ਸਟੂਡੈਂਟਸ ਨੇ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ, ਅਸੀਂ ਤਾਂ ਹੀ ਇਹਨਾਂ ਦੇ ਨਾਮ ਦੇ ਪਿੱਛੇ ਇੱਕ ਕੋਡ ਰੱਖਿਆ ਹੋਇਆ, ਕਿਉਂਕਿ ਨਾਮ ਤੇ ਸਾਰਿਆਂ ਦੇ ਆਪਣੇ ਥੋੜੇ ਨਾਮ ਨੇ ਤੇ ਸੇਮ ਨਾਮ ਨੇ ਸਾਰਿਆਂ ਦੇ। ਸੋ ਜੋ ਡਾਕੂਮੈਂਟਸ ਨੇ ਮੈਂ ਦੁਬਾਰਾ ਰਿਪੀਟ ਕਰ ਦੇਣਾ ਚਾਹੁੰਦਾ, ਤੁਹਾਡੀ ਪਰਮੇਸੋ ਦੀ ਸੋਜੋਰਨੋ ਚਾਹੀਦੀ ਆ। ਤੁਹਾਡੀ ਅਗਰ ਪਰਮੇਸੋ ਦੀ ਸੋਜੋਰਨੋ ਖਤਮ ਹੋ ਗਈ ਹੈ, ਤੁਹਾਡਾ ਰੀਚੇਵੂਤਾ ਦਿਲ ਰੀਨੋਵੋ ਜੋ ਰੀਨਿਊ ਕਰਾਉਣ ਲਈ ਤੁਸੀਂ ਜਮ੍ਹਾਂ ਕਰਵਾਈ ਸੀ ਕਿਟ, ਉਹ ਚਾਹੀਦਾ ਆ। ਤੁਹਾਡਾ ਪਾਸਪੋਰਟ ਚਾਹੀਦਾ ਆ। ਤੁਹਾਡੀ ਕਰਤ ਦੀ ਇਡੈਂਟੀਟੀ ਚਾਹੀਦੀ ਆ, ਕਿਸੇ ਵੀ ਏਰੀਆ ਦੀ ਹੋਏ, ਬਸ ਜਿੱਦਾਂ ਪਹਿਲੇ ਸ਼ੁਭਮ ਵੀਰ ਨੇ ਦੱਸਿਆ ਕਿ ਉਸੇ ਹੀ ਏਰੀਆ ਵਿੱਚ ਤੁਸੀਂ ਫਿਰ ਗੁਈਦੇ ਕਰਨੇ ਪੈਣਗੇ। ਔਰ ਤੁਹਾਡਾ ਕੋਡੀਚੇ ਫਿਸਕਾਲੇ ਹੈ, ਇਹ ਪੇਪਰ ਤੁਹਾਨੂੰ ਸਾਰੇ ਦੇ ਸਾਰੇ ਚਾਹੀਦੇ ਨੇ ਜੋ ਤੁਸੀਂ ਐਗਜ਼ਾਮ ਦੇਣ ਆਉਣਾ ਹੈ। ਸੋ ਇੱਕ ਕੁਐਸਚਨ ਹੋਰ ਵੀ ਆਉਂਦਾ ਹੈ ਕਿ ਸਰ ਮੇਰੀ ਸੋਜੋਰਨੋ ਦੇ ਉੱਪਰ ਜਿਹੜਾ ਨੇਮ ਲਿਖਿਆ ਹੋਇਆ ਜਾਂ ਉਹਨਾਂ ਦੇ ਐਡਰੈਸ ਉਹ ਕੁਝ ਹੋਰ ਹੈ, ਪਾਸਪੋਰਟ ਤੇ ਕੁਝ ਹੋਰ ਹੈ, ਕਿਉਂਕਿ ਇਹ ਗਲਤੀ ਸਾਡੀ ਇੰਡੀਅਨਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਕਿ ਨਾਮ ਦਾ ਅਕਸ਼ਰ ਇੱਕ ਅੱਧਾ ਕੋਈ ਗਲਤ ਲਿਖਿਆ ਹੁੰਦਾ ਜਾਂ ਐਡਰੈਸ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਸੋ ਦੇਖੋ ਇਹ ਪ੍ਰੋਬਲਮ 70% ਆਪਣੇ ਪੰਜਾਬੀ ਕਮਿਊਨਿਟੀ ਖਾਸ ਤੌਰ ਤੇ, ਮੈਂ ਪਾਕਿਸਤਾਨਾਂ ਦੇ ਵੱਲੋਂ ਇੰਨਾ ਨਹੀਂ ਮੈਨੂੰ ਪ੍ਰੋਬਲਮ ਦੇਖਣ ਨੂੰ ਮਿਲੀ ਜਿੰਨੀ ਆਪਣੀ ਪੰਜਾਬੀਆਂ 'ਚ ਮਿਲੀ ਹੈ, ਜਿੰਨੀ ਆਪਣੀ ਇੰਡੀਅਨ ਕਮਿਊਨਿਟੀ ਵਿੱਚ ਮਿਲੀ ਹੈ। ਦੇਖੋ ਜੀ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣਾ ਜਦੋਂ ਤੁਹਾਨੂੰ ਸੋਜੋਰਨੋ ਮਿਲਦੀ ਹੈ ਜਾਂ ਤੁਹਾਨੂੰ ਕਰਤਾ ਦੀ ਇਡੈਂਟੀਟੀ ਮਿਲਦੀ ਹੈ, ਮੈਂ ਯਕੀਨ ਨਾ ਕਹਿਣਾ ਕਿ 90% ਆਪਣੀ ਕਮਿਊਨਿਟੀ ਖੁਸ਼ੀ ਉਹਨੂੰ ਚੈੱਕ ਹੀ ਨਹੀਂ ਕਰਦੀ, ਬਸ ਨਾਲ ਹੀ ਸ਼ਾਮ ਨੂੰ ਫੋਨ ਲਾ ਦੇਣਾ ਵੀ ਸੋਜੋਰਨੋ ਮਿਲ ਗਈ, ਕਰਤਾ ਮਿਲ ਗਈ, ਆਜੋ ਪਾਰਟੀ ਕਰਦੇ ਆ। ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ ਆਪਾਂ ਆਪਣੀ ਡੇਟ ਆਫ ਬਰਥ ਤੱਕ ਨਹੀਂ ਚੈੱਕ ਕਰਦੇ, ਔਰ ਜਦੋਂ ਅੱਗੇ ਜਾ ਕੇ ਲੋੜ ਪੈਂਦੀ ਫਿਰ ਸਾਨੂੰ ਯਾਦ ਆਉਂਦਾ ਕਿ ਪੇਪਰ ਸਾਡੇ ਗਲਤ ਆ ਗਏ। ਸੋ ਦੇਖੋ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਐਗਜ਼ਾਮਪਲ ਦੇਣਾ। ਮੇਰਾ ਨਾਮ ਹੈ ਮਲਕੀਤ ਸਿੰਘ ਔਰ ਮੇਰਾ ਪਿੰਡ ਹੈ ਕਕਿਓਰ ਮਾਜਰਾ, ਭੇਵਾ, ਹਰਿਆਣਾ, ਇੰਡੀਆ। ਜੋ ਮੇਰੀ ਸੋਜੋਰਨੋ ਤੇ ਲਿਖਿਆ ਹੋਇਆ ਹੈ, ਮੇਰੀ ਸੋਜੋਰਨੋ ਦੇ ਉੱਪਰ ਲਿਖਿਆ ਹੋਇਆ ਹੈ ਹਰਿਆਣਾ ਤੇ ਇੰਡੀਆ। ਜਿਹੜੀ ਮੇਰੀ ਕਰਤਾ ਦੀ ਇਡੈਂਟੀਟੀ ਹੈ, ਅਗਰ ਉੱਥੇ ਉਹਨਾਂ ਨੇ ਮੇਰੇ ਪਹਿਲੇ ਸਿਟੀ ਦਾ ਨਾਮ ਲਿਖਤਾ ਪੇਹੋਵਾ ਜਾਂ ਚੀਕਾ, ਉਸ ਤੋਂ ਬਾਅਦ ਹਰਿਆਣਾ ਲਿਖਤਾ, ਤੁਹਾਡੇ ਡਾਕੂਮੈਂਟ ਉਹਨਾਂ ਨੇ ਐਕਸੈਪਟ ਨਹੀਂ ਕਰਨੇ ਹੈਗੇ। ਉਹਨਾਂ ਨੇ ਕਹਿਣਾ ਇੱਕੋ ਵਰਗੇ ਤੁਹਾਡੇ ਦੋਨੋਂ ਕਰਵਾ ਕੇ ਲਿਆਓ। ਔਰ ਅਗਰ ਤੁਹਾਡਾ ਜਲੰਧਰ ਲਿਖਿਆ ਹੋਇਆ ਹੈ ਤੇ ਪਲੱਸ ਪਿੱਛੇ ਇੰਡੀਆ ਪਾਇਆ ਹੋਇਆ ਹੈ ਸੋਜੋਰਨੋ ਤੇ, ਫਿਰ ਜਲੰਧਰ ਲਿਖਿਆ ਹੋਇਆ ਹੈ ਤੇ ਇੰਡੀਆ ਪਾਇਆ ਹੋਇਆ, ਲੇਕਿਨ ਇਹਨਾਂ ਦੋਨਾਂ ਵਿੱਚ ਇੱਕ ਕੋਮਾ ਪਾਇਆ ਹੋਇਆ, ਕੋਮੇ ਦੀ ਵੀ ਬੜਾ ਤਗੜਾ ਇਸ਼ੂ ਹੈ। ਮਤਲਬ ਉਹ ਕਈ ਵਾਰੀ ਆਪਾਂ ਇੱਕ ਮਾਈਨਰ ਜੀ ਗਲਤੀ ਹੈ ਕਿ ਆਪਾਂ ਕੋਮਾ ਪਾ ਦਿੰਦੇ, ਕਈ ਵਾਰੀ ਕੋਮਾ ਨਹੀਂ ਪਾਉਂਦੇ। ਦੇਖੋ ਤੁਸੀਂ ਪੰਜਾਬ ਤੋਂ ਹੋ, ਪੰਜਾਬ ਕੋਮਾ ਇੰਡੀਆ, ਮੈਂ ਮਤਲਬ ਹਰਿਆਣੇ ਤੋਂ ਆ, ਹਰਿਆਣਾ ਕੋਮਾ ਇੰਡੀਆ। ਤੁਹਾਡੇ ਨਾਮ ਦੇ ਪਿੱਛੇ ਅਗਰ ਪਾ ਦੇਣ ਸ਼ੁਭਮ ਕੁਮਾਰ ਪੰਜਾਬ ਬਿਨਾ ਕੋਮੇ ਤੋਂ ਇੰਡੀਆ, ਔਰ ਅਗਰ ਤੁਹਾਡੀ ਕਰਤ ਦੀ ਇਡੈਂਟੀਟੀ ਤੇ ਕੋਮਾ ਪਾਇਆ ਤਾਂ ਤੁਹਾਨੂੰ ਆਪਣੇ ਕਰਤ ਦੀ ਇਡੈਂਟੀਟੀ ਚੇਂਜ ਕਰਵਾਉਣੀ ਪੈਣੀ ਹੈ। ਸੋ ਮੇਰੇ ਬਹੁਤ ਸਾਰੇ ਐਸੇ ਸਟੂਡੈਂਟਸ ਨੇ ਜਿਨ੍ਹਾਂ ਵਿਚਾਰਿਆਂ ਨੂੰ ਆਪਣੀ ਪੂਰੀ ਦੀ ਪੂਰੀ ਸੋਜੋਰਨੋ ਦੀ ਕਿੱਟ ਵੀ ਦੁਬਾਰਾ ਜਮ੍ਹਾਂ ਕਰਾਉਣੀ ਪਈ ਸੀ, ਕਿਉਂਕਿ ਉਹਨਾਂ ਦੀ ਡਾਕੂਮੈਂਟਸ ਉੱਪਰ ਨਾਮ ਸਹੀ ਨਹੀਂ ਸੀਗਾ। ਸੋ ਅਗਰ ਤੁਸੀਂ ਲਾਇਸੈਂਸ ਕਰਨਾ ਸ਼ੁਰੂ ਕਰਤਾ ਹੈ ਸਾਡੇ ਨਾਲ, ਔਰ ਇਹਨਾਂ ਦਿਨਾਂ ਵਿੱਚ ਪਲੀਜ਼ ਆਪਣੇ ਪੇਪਰ ਜੋ ਹੈ ਚੈੱਕ ਕਰ ਲਓ, ਕਿਆ
ਤਿੰਨੋਂ ਦੇ ਤਿੰਨੋਂ ਪੇਪਰ ਕਰਤ ਦੈਂਤੀਤਾ, ਤੁਹਾਡੀ ਪਾਸਪੋਰਟ ਔਰ ਤੁਹਾਡੀ ਪਰਮੇਸੋ ਦੀ ਸੋਜੋਰਨੋ ਤੇ ਜੋ ਤੁਹਾਡਾ ਨਾਮ ਹੈ, ਤੁਹਾਡਾ ਪਲੇਸ ਆਫ ਬਰਥ ਹੈ, ਸਭ ਸੇਮ ਹੈ। ਅਗਰ ਇਹਦੇ ਵਿੱਚ ਕੋਈ ਗੜਬੜੀ ਹੈ ਤਾਂ ਤੁਸੀਂ ਜਲਦ ਤੋਂ ਜਲਦ ਇਹਨੂੰ ਠੀਕ ਕਰਾਓ, ਕਿਉਂਕਿ ਇਸ ਤੋਂ ਬਗੈਰ ਤੁਸੀਂ ਲਾਇਸੈਂਸ ਦਾ ਐਗਜ਼ਾਮ 95% ਨਹੀਂ ਦੇ ਸਕਦੇ। 5% ਜਿਨ੍ਹਾਂ ਦੇ ਨਾਲ ਬਾਬਾ ਨਾਨਕ ਹੈ, ਜਿਨ੍ਹਾਂ ਨੂੰ ਮਾੜਾ ਮੋਟਾ ਕੀ ਕਹਿੰਦੇ ਨੇ ਐਗਜ਼ਾਮੀਨਰ ਚੰਗਾ ਮਿਲ ਜੇ, ਉਹ ਐਕਸੈਪਟ ਕਰ ਲੈਂਦਾ ਫਾਈਲ, ਲੇਕਿਨ ਉਹ ਦੁਬਾਰਾ ਕਿਤੇ ਨਾ ਕਿਤੇ ਤੁਹਾਨੂੰ ਫੇਰ ਚੇਂਜ ਕਰਵਾਉਣਾ ਪੈਂਦਾ ਹੈ। ਸੋ ਇਹ ਗੱਲ ਬਹੁਤ ਅੱਛਾ ਸਵਾਲ ਪੁੱਛਿਆ ਹੈ ਕਿ ਜਿਨ੍ਹਾਂ ਦੇ ਨਾਮ ਵਿੱਚ ਦਿੱਕਤ ਹੈ ਆਪਣਾ ਨਾਮ ਜ਼ਰੂਰ ਚੇਂਜ ਕਰਵਾ ਲਿਓ। ਕਿ ਸਾਈਨਿੰਗ ਦੇ ਵਿੱਚ ਵੀ ਪ੍ਰੋਬਲਮ ਆਉਂਦੀ, ਜਾਂ ਜਿਵੇਂ ਕਿ ਸਾਈਨ ਪਾਸਪੋਰਟ ਤੇ ਅਸੀਂ ਸਾਈਨ ਇੰਡੀਆ ਤੋਂ ਕੁਝ ਹੋਰ ਕੀਤੇ ਹੁੰਦੇ, ਤੇ ਇੱਥੇ ਸੋਜੋਰਨੋ ਤੇ ਅਸੀਂ ਕੁਝ ਹੋਰ ਸਾਈਨ ਦਾ ਫਾਰਮੈਟ ਕਰ ਦਿੰਦੇ, ਕਿ ਉਹ ਪ੍ਰੋਬਲਮ ਤੇ ਨਹੀਂ ਲੈ ਕੇ? ਦੇਖੋ ਫਾਰਮੈਟ ਤੁਸੀਂ ਆਪਣਾ ਜੋ ਤੁਸੀਂ ਇੱਕ ਪੰਜਾਬੀ ਗੱਲ ਘੁੱਗੀ ਮਾਰਨੀ ਹੈ, ਹਾਂਜੀ, ਉਹਦੀ ਕੋਈ ਦਿੱਕਤ ਨਹੀਂ। ਇੱਥੇ ਇਟਲੀ ਵਿੱਚ ਰਹਿੰਦੇ ਹੋਏ ਮੇਰੇ ਖੁਦ ਮਮ ਡੈਡ ਮਲੋਨਾ ਉਹ ਪੜ੍ਹੇ ਲਿਖੇ ਨਹੀਂ ਹੈਗੇ ਤੇ ਮਾਤਾ ਸਾਡੀ ਹਿੰਦੀ 'ਚ ਸਾਈਨ ਕਰਦੇ ਸੀਗੇ। ਇੱਥੇ ਆਣ ਕੇ ਉਹਨਾਂ ਨੇ ਕਿਹਾ ਵੀ ਭਾਵੇਂ ਤੁਸੀਂ ਹੌਲੀ ਹੌਲੀ ਲਿਖੋ, ਲੇਕਿਨ ਸਿਗਨੇਚਰ ਜਿਹੜੇ ਤੁਹਾਡੇ ਨੇ ਉਹ ਲੈਜੀਬਲ ਮਤਲਬ ਪੜ੍ਹਨ ਰੀਡੇਬਲ ਹੋਣੇ ਚਾਹੀਦੇ ਨੇ, ਪੜ੍ਹਨ ਦੇ ਕਾਬਲ ਹੋਣੇ ਚਾਹੀਦੇ ਨੇ। ਸੋ ਜਿੰਨੇ ਮੇਰੇ ਵੀਰ ਹੁਣ ਤੁਸੀਂ ਲਾਇਸੈਂਸ ਕਰਨਾ ਹੈ, ਅਗਰ ਤੁਹਾਨੂੰ ਪੰਜਾਬੀ ਵਿੱਚ ਸਿਗਨੇਚਰ ਕਰਨ ਦੀ ਆਦਤ ਹੈ ਤਾਂ ਉਹਨੂੰ ਹੌਲੀ ਹੌਲੀ ਆਪਣੀ ਇੰਗਲਿਸ਼ ਵਿੱਚ ਸਿਗਨੇਚਰ ਕਰੋ, ਕਿਉਂਕਿ ਤੁਹਾਡੇ ਲਾਇਸੈਂਸ ਉੱਪਰ ਸਿਗਨੇਚਰ ਜਿਹੜੇ ਤੁਹਾਡੇ ਨੇ ਉਹ ਰੀਡੇਬਲ ਹੋਣੇ ਚਾਹੀਦੇ ਨੇ, ਪੜ੍ਹਨ ਦੇ ਕਾਬਲ ਹੋਣੇ ਚਾਹੀਦੇ ਨੇ। ਇਹ ਕੇਸ ਜੋ 95% ਸਾਡੇ ਸਾਹਮਣੇ ਆਉਂਦੇ ਨੇ, 5% ਉਹ ਵੀ ਹੈਗੇ ਨੇ ਜਿਨ੍ਹਾਂ ਉੱਪਰ ਇੰਨੀ ਜ਼ਿਆਦਾ ਗੌਰ ਨਹੀਂ ਕੀਤੀ ਜਾਂਦੀ ਹੈਗੀ। ਸੋ ਵੀਡੀਓ ਨੂੰ ਅੱਗੇ ਲੈ ਕੇ ਚੱਲਦੇ ਹਾਂ ਅਸੀਂ ਬੋਲੇਤੀਨੀ। ਸੋ ਇਹਦੀ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਸਟੂਡੈਂਟਸ ਨੂੰ ਕਿ ਕਿਹੜੀ ਸਰ ਮਤਲਬ ਫਿਲ ਕਰਨੀ ਹੈ। ਓਕੇ ਦੇਖੋ ਜੀ, ਤੁਸੀਂ ਮੇਰੇ ਕੋਲ ਪੜ੍ਹ ਰਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਹੁਣ ਅਪਾਇੰਟਮੈਂਟ ਲੈਣ ਬਾਰੇ ਸੋਚ ਰਿਹਾ ਹੈ। ਇਹ ਪ੍ਰੋਸੀਜਰ ਉਹਨਾਂ ਲਈ ਹੈ ਜਿਨ੍ਹਾਂ ਨੇ ਡਾਇਰੈਕਟ ਖੁਦ ਐਗਜ਼ਾਮ ਦੇਣ ਜਾਣਾ ਹੈ, ਕਿਉਂਕਿ ਅਗਰ ਤੁਸੀਂ ਕਿਸੇ ਆਟੋ ਸਕੂਲੇ ਦੇ ਥਰੂ ਐਗਜ਼ਾਮ ਦਿੰਦੇ ਹੋ ਤੇ ਤੁਹਾਨੂੰ ਆਟੋ ਸਕੂਲਾ ਹੀ ਇਹ ਬੋਲੇਤੀਨੀ ਇਹ ਟਿਕਟ ਪ੍ਰੋਵਾਈਡ ਕਰੇਗਾ। ਬੋਲੇਤੀਨੀ ਜਿਹੜੀ ਹੁੰਦੀ ਹੈ ਉਹ ਇੱਕ ਕਿਸਮ ਦੀ ਇੱਕ ਟਿਕਟ ਹੁੰਦੀ, ਜਿੱਦਾਂ ਤੁਸੀਂ ਮੇਰੇ ਪਿੱਛੇ ਸਕਰੀਨ ਤੇ ਦੇਖ ਸਕਦੇ ਹੋ। ਤੁਹਾਨੂੰ ਇੱਕ ਚਾਹੀਦੀ ਆ ਬੋਲੇਤੀਨੀ ਮਿਲਦੀ ਕਿੱਥੋਂ ਹੈ? ਬੋਲੇਤੀਨੀ ਤੁਸੀਂ ਕਿਸੇ ਵੀ ਪੋਸਟ ਆਫਿਸ ਤੋਂ ਜਾ ਕੇ ਲੈ ਸਕਦੇ ਹੋ। ਪੋਸਟ ਆਫਿਸ ਵਾਲਿਆਂ ਨੂੰ ਤੁਸੀਂ ਜਸਟ ਇੱਕ ਨੰਬਰ ਦੱਸਣਾ ਹੈ 4028। 4028 ਦੀ ਬੋਲੇਤੀਨੀਆਂ ਤੁਸੀਂ 2 ਲੈ ਲੈਣੀਆਂ ਨੇ। ਮਤਲਬ ਜਿੱਦਾਂ ਹੁਣ ਤੁਸੀਂ ਕਹੋ ਸਰ ਮੈਂ ਬੋਲੇਤੀਨੀ ਲੈਣੀ ਕਿੱਥੋਂ ਲਵਾਂ, ਤੁਸੀਂ ਕਿਸੇ ਵੀ ਅਗਰ ਕੋਈ ਤੁਹਾਡੇ ਲਾਗੇ ਡਰਾਈਵਿੰਗ ਸਕੂਲ ਹੈ ਜੋ ਤੁਹਾਨੂੰ ਇੰਨਾ ਕੁ ਤੁਹਾਡੀ ਹੈਲਪ ਕਰ ਸਕਦਾ ਹੈ, ਤੁਹਾਨੂੰ 2 ਬੋਲੇਤੀਨੀ ਨਿਕਾਲ ਕੇ ਦੇ ਦੇਗਾ। ਜਾਂ ਤੁਸੀਂ ਡਾਇਰੈਕਟ ਕਿਸੇ ਪੋਸਟ ਆਫਿਸ ਵਿੱਚ ਜਾਓ ਔਰ ਉਹਨਾਂ ਨੂੰ ਕਹੋ ਮੈਨੂੰ ਚਾਹੀਦੀਆਂ ਨੇ 2 ਬੋਲੇਤੀਨੀ 4028 ਕੋਡ ਵਾਲੀਆਂ, ਕਿਉਂਕਿ ਇਹਨਾਂ ਦੀ ਜੋ ਪੇਮੈਂਟ ਹੁੰਦੀ ਉਹ ਕੋਡ ਦੇ ਮੁਤਾਬਿਕ ਹੁੰਦੀ। ਕਿਹੜੇ ਡਿਪਾਰਟਮੈਂਟ ਨੂੰ ਪੇਮੈਂਟ ਜਾਣੀ ਉਹਨਾਂ ਦਾ ਇੱਕ ਕੋਡ ਪੱਕਾ ਫਿਕਸ ਕੀਤਾ ਗਿਆ ਹੈ। ਸੋ ਇਹਨਾਂ ਦੀ ਇੰਪੋਰਟ ਤੋਂ ਮੀਨਸ ਇਹਨਾਂ ਦਾ ਜੋ ਅਮਾਊਂਟ ਰਕਮ ਕਿੰਨੀ ਹੁੰਦੀ ਹੈ ਜਿਹੜੀ ਤੁਸੀਂ ਬੋਲੇਤੀਨੀ ਹੁਣ ਦੱਸੀ ਹੋਇਆ ਸਟੂਡੈਂਟਸ ਨੂੰ? ਸੋ ਦੇਖੋ ਜਿਹੜੀਆਂ ਤੁਸੀਂ 2 ਬੋਲੇਤੀਨੀਆਂ ਲੈਣੀਆਂ ਨੇ 4028 ਵਾਲੀਆਂ, ਇਹ 2 ਲੈਣੀਆਂ ਨੇ। ਇੱਕ ਤੁਹਾਡੀ ਕੰਮ ਆਏਗੀ ਜਦ ਤੁਸੀਂ ਹੁਣ ਥਿਉਰੀ ਦਾ ਐਗਜ਼ਾਮ ਦੇਣਾ ਹੈ, ਔਰ ਇੱਕ ਇਸ ਤੋਂ ਬਾਅਦ ਕੰਮ ਆਏਗੀ ਜਦ ਤੁਸੀਂ ਗੁਇਦੇ ਦਾ ਐਗਜ਼ਾਮ ਦੇਣਾ ਹੈ। ਦੇਖੋ ਕਈ ਸਟੂਡੈਂਟਸ ਨੇ, ਕਈ ਆਟੋ ਸਕੂਲੇ ਨੇ ਜੋ ਇੱਕ ਇਹ ਪੇ ਕਰਨ ਨੂੰ ਕਹਿੰਦੇ ਨੇ ਔਰ ਇੱਕ ਦੂਜੀ ਹੈ ਜੋ ਮੈਂ ਤੁਹਾਨੂੰ ਅਗਲੀ ਸਕਰੀਨ ਤੇ ਦਿਖਾਣਾ। ਲੇਕਿਨ ਮੈਂ ਤੁਹਾਨੂੰ ਹਮੇਸ਼ਾ ਸਲਾਹ ਦਿੰਦਾ ਤੁਸੀਂ ਹੁਣ ਵੀ ਪੇ ਕਰਨੀ ਹੈ ਔਰ 10 ਦਿਨ ਬਾਅਦ ਫਿਰ ਪੇ ਕਰਨੀ ਹੈ। ਸੋ ਤੁਹਾਡੇ ਲਈ ਇਹੀ ਸਹੀ ਹੈ ਕਿ 2 ਬੋਲੇਤੀਨੀ 4028 ਵਾਲੀ 2 ਲੈ ਲਓ ਔਰ ਦੋਨੋਂ ਦੇ ਉੱਪਰ ਜੋ ਅਮਾਊਂਟ ਭਰਨਾ ਹੈ ਉਹ 16 ਯੂਰੋ ਦਾ ਹੈ। 16 ਯੂਰੋ ਨੂੰ ਤੁਸੀਂ 16 euro ਬਲਕਿ 16 ਯੂਰੋ ਨੰਬਰ ਵਿੱਚ ਵੀ ਲਿਖਣੇ ਨੇ ਔਰ 16 ਯੂਰੋ ਤੁਸੀਂ ਆਪਣਾ ਲੈਟਰ ਵਿੱਚ ਵੀ ਲਿਖਣਾ ਹੈਗਾ ਆ। ਇਹਦੇ ਵਿੱਚ 3 ਹਿੱਸੇ ਨੇ, ਫਸਟ ਪਾਰਟ, ਸੈਕੰਡ ਪਾਰਟ ਔਰ ਥਰਡ ਪਾਰਟ। ਇਹਨਾਂ ਤਿੰਨਾਂ ਉੱਪਰ ਤੁਸੀਂ ਜਿਸ ਦੇ ਨਾਮ ਤੇ ਤੁਸੀਂ ਲਾਇਸੈਂਸ ਲੈਣਾ ਚਾਹੁੰਦਾ ਹੈ, ਲਾਈਕ ਮੈਂ ਲਾਇਸੈਂਸ ਲੈਣਾ ਚਾਹੁੰਦਾ ਹਾਂ ਤਾਂ ਉੱਤੇ ਲਿਖਿਆ ਹੈਗਾ ਇਹਦਾ ਅਮਾਊਂਟ ਕਿੰਨਾ ਹੈ, ਤੁਸੀਂ ਅਮਾਊਂਟ ਭਰ ਦੇਣਾ ਹੈ। ਉਸ ਤੋਂ ਬਾਅਦ ਲਿਖਿਆ ਹੈ ਇਹ ਸੈਗੁਈਤੋ ਦਾ ਮਤਲਬ ਹੁੰਦਾ ਵੀ ਇਹ ਕੌਣ ਪੇ ਕਰ ਰਿਹਾ ਹੈ। ਉੱਥੇ ਮੈਂ ਨਾਮ ਲਿਖਾਂਗਾ ਆਪਣਾ, ਪਹਿਲੇ ਸਰਨੇਮ ਸਿੰਘ ਜਾਂ ਕੁਮਾਰ, ਉਸ ਤੋਂ ਬਾਅਦ ਆਪਣਾ ਨੇਮ ਲਿਖਾਂਗਾ। ਉਸ ਤੋਂ ਬਾਅਦ ਮੈਨੂੰ ਇੱਥੇ ਲਿਖਣਾ ਪੈਣਾ ਕਿ ਮੈਂ ਰਹਿਣਾ ਕਿਸ ਏਰੀਏ ਵਿੱਚ ਹਾਂ, ਮੇਰਾ ਰੈਜ਼ੀਡੈਂਸ ਕਿਸ ਏਰੀਏ ਦਾ ਹੈ। ਦੇਖੋ ਤੁਹਾਡੇ ਹੱਥ 'ਚ ਜਦੋਂ ਬੋਲੇਤੀਨੀ ਆਏਗੀ ਤੁਸੀਂ ਵੀਡੀਓ ਨੂੰ ਭਾਵੇਂ ਬੇਸ਼ੱਕ ਪਾਊਜ਼ ਕਰਕੇ ਜ਼ਰੂਰ ਨੋਟ ਕਰ ਲੈਣਾ। ਉੱਪਰ ਨੰਬਰ ਲਿਖਣੇ ਨੇ 16 ਯੂਰੋ, ਉਹਨੂੰ ਲੈਟਰ ਵਿੱਚ ਲਿਖਣਾ ਹੈ ਔਰ ਉਸ ਤੋਂ ਬਾਅਦ ਨੀਚੇ ਜਿਸ ਨੇ ਲਾਇਸੈਂਸ ਲੈਣਾ ਹੈ, ਅਗਰ ਕੌਰ ਹੈ ਤੇ ਕੌਰ ਲਿਖੋ ਔਰ ਅਗਰ ਸਿੰਘ ਹੈ ਤੇ ਸਿੰਘ ਲਿਖੋ। ਉਸ ਤੋਂ ਬਾਅਦ ਤੁਸੀਂ ਆਪਣਾ ਵੀਆ ਲਿਖਣਾ ਹੈ ਔਰ ਜਿਹੜਾ ਤੁਹਾਡਾ ਏਰੀਆ ਹੈ, ਜਿੱਦਾਂ ਮੈਂ ਆਪਣਾ ਭਰਦਾ ਹਾਂ ਵੀਆ ਰੋਮਾ 92 ਲਟੀਨਾ,
ਉੱਦਾਂ ਹੀ ਤੁਸੀਂ ਆਪਣਾ ਵੀਆ ਭਰਨਾ ਹੈ। ਔਰ ਉਸ ਤੋਂ ਬਾਅਦ ਸੇਮ ਇਹੀ ਇਨਫੋਰਮੇਸ਼ਨ ਉਸ ਤੋਂ ਅਗਲੀ ਸਲਾਈਡ ਵਿੱਚ ਔਰ ਉਸ ਤੋਂ ਥਰਡ ਸਲਾਈਡ ਵਿੱਚ ਤੁਸੀਂ ਭਰ ਦੇਣੀ ਹੈ। ਇਹ ਭਰਨ ਤੋਂ ਬਾਅਦ ਇਹ 2 ਬੁਲੇਟਿਨੀਆਂ ਤੁਸੀਂ ਬਿਲਕੁਲ ਅੱਛੇ ਤਰੀਕੇ ਨਾਲ ਬਿਨਾਂ ਗਲਤੀ ਕੀਤੇ ਸਪੈਲਿੰਗ ਵਿੱਚ ਭਰਨੀ ਹੈ। ਕੋਈ ਕਾਹਲੀ ਕਰਨ ਦੀ ਲੋੜ ਨਹੀਂ। ਜੋ ਸਪੈਲਿੰਗ ਹੈ, ਹੈਂਡ ਰਾਈਟਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬਹੁਤ ਅੱਛੀ ਔਰ ਸੋਹਣੀ ਰੱਖਿਓ। ਸੋ ਬੁਲੇਟਿਨੀ ਜਿਹੜੀ ਤੁਸੀਂ ਨੈਕਸਟ ਕੀ ਆ ਉਹਦੇ ਬਾਰੇ ਵੀ ਤੁਸੀਂ ਮਾੜਾ ਜਿਹਾ ਦੱਸ ਦਿਓ। ਸੋ ਦੇਖੋ ਜੀ, 2 ਬੁਲੇਟਿਨੀ ਤੇ ਸੀਗੀਆਂ 40-28 ਵਾਲੀਆਂ, ਜਿਨ੍ਹਾਂ ਦੀ ਰਕਮ ਹੈ 16 ਯੂਰੋ। ਉਸ ਤੋਂ ਬਾਅਦ ਬੁਲੇਟਿਨੀ ਜਿਹੜੀ ਹੈ 9001 ਮਤਲਬ 9001 ਦੀ, ਇਹ ਇੱਕੋ ਹੀ ਤੁਸੀਂ ਲੈਣੀ ਹੈ ਪੋਸਟ ਆਫਿਸ ਵਿੱਚ ਜਾ ਕੇ। ਤੁਸੀਂ ਪੋਸਟ ਆਫਿਸ 'ਚ ਜਾਇਓ, ਉਹਨਾਂ ਨੂੰ ਕਿਉਂਕਿ ਮੈਂ ਪਤੈਂਤੇ ਦਾ ਐਗਜ਼ਾਮ ਦੇਣਾ ਹੈ। ਔਰ ਅਗਰ ਕਈ ਵਾਰੀ ਪੋਸਟ ਆਫਿਸ ਵਾਲੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ, ਤੁਸੀਂ ਡਾਇਰੈਕਟ ਉਹਨਾਂ ਨੂੰ ਨੰਬਰ ਦੱਸੋ ਵੀ ਮੈਨੂੰ 2 ਚਾਹੀਦੀਆਂ ਨੇ 4028 ਵਾਲੀ ਔਰ ਇੱਕ ਚਾਹੀਦੀ 9001 ਵਾਲੀ, ਇਹ ਇੱਕੋ ਹੀ ਚਾਹੀਦੀ ਆ। ਠੀਕ ਹੈ। ਸੋ ਇਹਦੀ ਇੰਪੋਰਟੋ, ਇਹਦੀ ਇੰਪੋਰਟੋ ਜੋ ਹੈ ਉਹ ਹੈ 26 ਯੂਰੋ 40 ਸੈਂਟ। ਦੇਖੋ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇਣਾ, ਇਹ ਮੇਰੀ ਹੱਡ ਬੀਤੀ ਹੈ। ਜਦੋਂ ਮੈਂ 6 ਸਾਲ ਪਹਿਲੇ ਦੀ ਗੱਲ ਕਰਦਾ, ਸਾਡੇ ਇੱਕ ਸਟੂਡੈਂਟ ਸੀਗੇ, ਉਹਨਾਂ ਨੇ ਕੀ ਕੀਤਾ, ਇਹ 9001 ਵਾਲੀ ਲੈ ਕੇ ਤੇ 26 ਯੂਰੋ ਫਿਲ ਕਰਕੇ ਪੇ ਕਰਕੇ ਚਲੇ ਗਏ ਐਗਜ਼ਾਮ ਦੇਣ ਵਾਸਤੇ, ਫਾਈਲ ਸਬਮਿਟ ਕਰਾਉਣ ਵਾਸਤੇ। ਉਹਨਾਂ ਨੇ ਉਹਨਾਂ ਦੀ ਫਾਈਲ ਵਾਪਸ ਕਰਤੀ ਔਰ ਉਹਨਾਂ ਨੇ ਕਿਹਾ ਵੀ 40 ਸੈਂਟ ਦੀ ਇੱਕ ਹੋਰ ਬੁਲੇਟਿਨ ਉਤਾਰ ਕੇ ਆਓ। ਉਹਨਾਂ ਨੇ 40 ਸੈਂਟ ਵਾਸਤੇ ਦੁਬਾਰਾ ਬੱਸ ਪਕੜੀ, ਦੁਬਾਰਾ ਵਾਪਸ ਆਏ, ਦੁਬਾਰਾ 9001 ਦੀ ਬੁਲੇਟਿਨ ਲਿੱਤੀ, ਦੁਬਾਰਾ 0.40 ਸੈਂਟ ਭਰੇ ਔਰ 2640 ਹੋਣ ਤੋਂ ਬਾਅਦ ਹੀ, ਦੇਖੋ ਅਗਰ ਤੁਸੀਂ 27 ਭਰ ਦਿੰਦੇ ਹੋ ਤਾਂ ਵੀ ਉਹ ਐਕਸੈਪਟ ਨਹੀਂ ਕਰਨਗੇ, ਅਗਰ 26 ਭਰ ਦਿੰਦੇ ਹੋ ਤਾਂ ਵੀ ਉਹਨਾਂ ਨੇ ਐਕਸੈਪਟ ਨਹੀਂ ਕਰਨਾ। ਨਿੱਕੀ ਜੀ ਗਲਤੀ ਬਿਲਕੁਲ। ਦੇਖੋ ਇਹ ਲੋਕ ਇਮਾਨਦਾਰ ਨੇ, ਇਹਨਾਂ ਲਈ 40 ਸੈਂਟ ਜਿਹੜੇ ਨੇ ਇਹ 27 ਵੀ ਭਰਾ ਸਕਦੇ ਹੀ। ਇੱਕ ਕਾਨੂੰਨੀ ਤੌਰ ਤੇ ਕੁਝ ਆંકੜੇ ਫਿਕਸ ਨੇ। ਉਹਨਾਂ ਨੇ 2640 ਅਗਰ ਭਰੋਗੇ ਤਾਂ ਹੀ ਉਹਨਾਂ ਨੇ ਤੁਹਾਡੀ ਫਾਈਲ ਅੱਗੇ ਤੋਰਨੀ ਹੈ। ਬਹੁਤ ਵਧੀਆ ਗੱਲ ਹੈ, ਕਿੰਨੀ ਓਨੈਸਟੀ ਨਾਲ। ਬਿਲਕੁਲ ਜੀ, ਬਿਲਕੁਲ ਓਨੈਸਟੀ ਹੈਗੀ। ਔਰ ਇਹਨਾਂ ਨੇ ਕੋਈ ਇਹ ਤੇ ਹੈ ਨਹੀਂ ਕਿ 1 ਰੁਪਏ ਦੀ ਕਫੇ ਦੇ ਜੋ ਤੁਹਾਡਾ ਸੀ। ਸੋ ਦੇਖੋ ਇਹਦੇ ਵਿੱਚ ਵੀ ਸੇਮ ਤੁਸੀਂ ਆਪਣਾ 26,40 ਸੈਂਟ ਉਹਨੂੰ ਤੁਸੀਂ ਲੈਟਰ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ਜਿਸ ਦਾ ਨਾਮ ਹੈ, ਜਿੱਦਾਂ ਸਿੰਘ ਮਲਕੀਤ ਲਗਾ ਲਓ, ਮੇਰਾ ਐਡਰੈਸ ਵੀਆ ਰੋਮਾ 92, ਜੋ ਵੀ ਤੁਹਾਡਾ ਐਡਰੈਸ ਹੈਗਾ ਆ, ਇਹੀ ਚੀਜ਼ ਤੁਸੀਂ 3 ਸਲਾਈਡਾਂ ਵਿੱਚ ਭਰ ਦੇਣੀ ਹੈ ਔਰ ਬੜੇ ਆਰਾਮ ਨਾਲ ਔਰ ਬੜੇ ਪਿਆਰ ਨਾਲ ਭਰਨੀ ਹੈਗੀ ਆ। ਇਹ ਸੀਗੀਆਂ 2 ਬੁਲੇਟਿਨੀਆਂ ਜੋ ਤੁਸੀਂ ਲੈਣੀਆਂ ਜ਼ਰੂਰੀ ਹਨ ਤੁਹਾਡੇ ਲਈ, ਅਗਰ ਤੁਸੀਂ ਖੁਦ ਐਗਜ਼ਾਮ ਦੇਣ ਜਾਂਦੇ ਹੋ। ਸੋ ਨੈਕਸਟ ਡਾਕੂਮੈਂਟ ਕਿਹੜਾ ਜ਼ਰੂਰੀ ਹੈ ਜਿਹੜਾ ਉਹਨਾਂ ਲਈ ਪੇਪਰ ਦੇ ਵਿੱਚ ਹੈਲਪ ਕਰੇਗਾ? ਦੇਖੋ ਇਸ ਦੇ ਨਾਲ ਯਾਨੀ ਕਿ ਇਹਦਾ ਕੋਈ ਟਾਈਮ ਪੀਰੀਅਡ ਨਹੀਂ ਹੈਗਾ ਕਿ ਪਹਿਲੇ ਉਹ ਕਰੋ ਜਾਂ ਬਾਅਦ ਵਿੱਚ ਉਹ ਕਰੋ ਜੀ। ਜੋ ਮਤਲਬ ਮੇਰੀ ਇਹ ਸਲਾਹ ਹੁੰਦੀ ਹੈ ਪਰਸਨਲੀ ਤੌਰ ਤੇ ਸਾਰੇ ਸਟੂਡੈਂਟਸ ਨੂੰ ਕਿ ਜੋ ਤੁਹਾਡਾ ਸਰਟੀਫਿਕੇਟ ਹੈ, ਜਿਹਨੂੰ ਇਟਾਲੀਅਨ ਵਿੱਚ ਕਹਿੰਦੇ ਨੇ certificato anamnestico। ਇਹ ਕੀ ਹੁੰਦਾ ਸ਼ੁਭਮਵੀਰ? certificato anamnestico ਹੁੰਦਾ ਹੈ ਇਟਲੀ ਵਿੱਚ ਜਿੰਨੇ ਵੀ ਆਪਾਂ ਰਹਿ ਰਹੇ ਹਾਂ, ਸਾਡਾ ਇੱਕ ਫੈਮਿਲੀ ਵਾਲਾ ਡਾਕਟਰ ਹੈ। ਜੀ ਜੀ ਜੀ। ਮੇਰੇ ਮਮ ਦਾ, ਮੇਰੇ ਬ੍ਰਦਰ ਦਾ, ਮੇਰਾ, ਤੁਹਾਡਾ, ਸਾਰੇ ਇਟਲੀ ਵਿੱਚ ਆਪਾਂ ਨੂੰ ਇੱਕ ਡਾਕਟਰ ਲੈਣਾ ਇੱਥੇ ਕੰਪਲਸਰੀ ਹੈ। ਔਰ ਉਸ ਡਾਕਟਰ ਕੋਲ ਭਾਵੇਂ ਅਸੀਂ ਬਿਮਾਰ ਹੋਈਏ ਜਾਂ ਨਾ ਹੋਈਏ, ਸਾਨੂੰ ਉਸ ਡਾਕਟਰ ਕੋਲ ਇੱਕ ਡਾਕਟਰ ਹੋਣਾ ਜ਼ਰੂਰੀ ਹੈ, ਫੈਮਿਲੀ ਡਾਕਟਰ। ਪਰ ਇਹ ਫੈਮਿਲੀ ਡਾਕਟਰ ਨਾਲ ਤੁਹਾਡੇ ਅਗਰ ਤੁਸੀਂ ਆਂਦੇ ਜਾਂਦੇ ਰਹਿੰਦੇ ਹੋ ਜਾਂ ਕਦੀ ਨਹੀਂ ਗਏ, ਇਹ ਜੋ ਸਰਟੀਫਿਕੇਟ ਹੈ ਤੁਹਾਨੂੰ ਸਿਰਫ ਔਰ ਸਿਰਫ ਤੁਹਾਡਾ ਫੈਮਿਲੀ ਡਾਕਟਰ ਹੀ ਬਣਾ ਕੇ ਦੇ ਸਕਦਾ ਹੈ। ਇਹਨੂੰ ਤੁਸੀਂ ਇਹ ਨਹੀਂ ਹੈਗਾ ਕਿ ਕਿਤੋਂ ਬਾਹਰੋਂ ਖਰੀਦ ਸਕਦੇ ਹੋ। ਤੁਸੀਂ ਕਹੋ ਸਰ ਇਹਦੇ ਵਿੱਚ ਕੀ ਭਰਿਆ ਜਾਂਦਾ ਹੈ? ਦੇਖੋ ਇਹਦੇ ਵਿੱਚ ਤੁਹਾਡੀ ਜੋ ਜ਼ਿਆਦਾਤਰ ਤੇ ਜੋ ਬਿਮਾਰੀਆਂ, ਜੋ ਮਲਾਤੀਏ ਨੇ, ਉਹਨਾਂ ਦੇ ਨਾਮ ਲਿਖੇ ਹੋਏ ਨੇ ਔਰ ਉਹਨਾਂ ਸਾਹਮਣੇ ਯੈਸ ਨੋ ਲਿਖਾ ਹੋਇਆ ਹੈ। ਇਹ ਚੀਜ਼ ਮਤਲਬ ਮੈਂ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਹਾਂ ਕਿ ਅਗਰ ਤੁਹਾਨੂੰ ਕੋਈ ਸੀਰੀਅਸ ਪ੍ਰੋਬਲਮ ਹੈ ਡਾਇਬਟੀਜ਼ ਦੀ ਜਾਂ ਕੁਝ ਵੀ, ਕਿੰਨੀ ਜ਼ਿਆਦਾ ਹੈ ਇਹ ਤੁਹਾਡਾ ਡਾਕਟਰ ਤੁਹਾਨੂੰ ਦੱਸੇਗਾ, ਕਿਉਂਕਿ ਜਿਨ੍ਹਾਂ ਨੂੰ ਕੋਈ ਜ਼ਿਆਦਾ ਸੀਰੀਅਸ ਪ੍ਰੋਬਲਮ ਹੈ ਉਹਨਾਂ ਦੇ ਸਰਟੀਫਿਕੇਟ ਉੱਪਰ ਫਿਰ ਯੈਸ ਲਿਖ ਦਿੱਤਾ ਜਾਂਦਾ ਹੈ ਔਰ ਯੈਸ ਲਿਖਣ ਤੋਂ ਬਾਅਦ ਉਹਨਾਂ ਦੇ ਫਿਰ ਇਲਾਜ ਚੱਲਦਾ ਹੈ ਔਰ ਉਸ ਦੇ ਨਾਲ ਫਿਰ ਇਲਾਜ ਚੱਲਣ ਤੋਂ ਬਾਅਦ ਉਹ ਆਪਣਾ ਲਾਇਸੈਂਸ ਦਾ ਜੋ ਸੁਪਨਾ ਹੈ ਉਹ ਪੂਰਾ ਕਰ ਸਕਦੇ ਨੇ। ਸੋ ਇੱਥੇ ਨੋ ਲਿਖਿਆ ਹੋਏ ਇਹ ਅੱਛਾ ਹੈ, ਕਿਉਂਕਿ ਨੋ ਦਾ ਮਤਲਬ ਹੁੰਦਾ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ, ਤੁਸੀਂ ਬਿਲਕੁਲ ਫਿਜ਼ੀਕਲੀ ਠੀਕ ਹੋ। ਜੀ ਜੀ ਜੀ। ਔਰ ਇਹ ਜੋ ਸਰਟੀਫਿਕੇਟ ਹੈ ਇਹ ਤੁਹਾਨੂੰ ਤੁਹਾਡਾ ਡਾਕਟਰ ਦੇਵੇਗਾ। ਉਸ ਤੋਂ ਬਾਅਦ ਸਰ ਨਾਲ ਵੱਡਾ ਪੁੱਛਿਆ ਗਿਆ ਸਵਾਲ, ਸਰ ਇਸ ਦਾ ਕੀ ਰੇਟ ਹੈ, ਡਾਕਟਰ ਕਿੰਨੇ ਪੈਸੇ ਲੈਂਦਾ ਹੈ? ਦੇਖੋ ਸ਼ੁਭਮ ਵੀਰ, ਇਹ ਡਿਪੈਂਡ ਕਰਦਾ ਹੈ ਤੁਹਾਡੇ ਡਾਕਟਰ ਨਾਲ ਕੈਸੇ ਸੰਬੰਧ ਨੇ, ਤੁਹਾਡਾ ਡਾਕਟਰ ਤੁਹਾਡੇ ਨਾਲ ਕਿੱਦਾਂ ਤੁਹਾਨੂੰ ਟਰੀਟ ਕਰਦਾ ਹੈ।
ਡਾਕਟਰ ਦਾ ਕੋਈ ਵੀ ਖਰਚਾ ਨਹੀਂ ਆਉਂਦਾ ਇਹ ਸਰਟੀਫਿਕੇਟ ਬਣਾਉਣ ਉੱਪਰ। ਜਿੱਦਾਂ ਹੁਣ ਮੈਂ ਐਗਜ਼ਾਮਪਲ ਦਿੰਦਾ, ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਨਾਲ ਸਟੂਡੈਂਟ ਪੜ੍ਹਦੇ ਨੇ ਔਰ ਉਹਨਾਂ ਵਿੱਚੋਂ ਤਕਰੀਬਨ 70% ਸਟੂਡੈਂਟ ਐਸੇ ਨੇ ਜਿਨ੍ਹਾਂ ਨੇ ਇਸ ਦਾ ਪੇ ਕੀਤਾ ਹੈ 30 ਯੂਰੋ, 40 ਯੂਰੋ, 50 ਯੂਰੋ। ਲੇਕਿਨ ਜਿਹੜੇ 30% ਸਟੂਡੈਂਟ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ 1 ਵੀ ਯੂਰੋ ਨਹੀਂ ਦਿੱਤਾ ਹੈਗਾ। ਉਹ ਕਿਵੇਂ ਹੁੰਦਾ ਆ? ਤੁਸੀਂ ਡਾਕਟਰ ਕੋਲ, ਆਪਣੇ ਫੈਮਿਲੀ ਵਾਲੇ ਡਾਕਟਰ ਕੋਲ ਹਰ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਆਪਣੇ ਬੱਚਿਆਂ ਦੇ ਚੈੱਕਅਪ ਲਈ ਜਾਂ ਖੁਦ ਦੇ ਚੈੱਕਅਪ ਲਈ ਜਾਂਦੇ ਹੋ। ਤੁਹਾਡਾ ਇੱਕ ਰਿਲੇਸ਼ਨ ਬਣ ਜਾਂਦਾ ਹੈ ਡਾਕਟਰ ਦੇ ਨਾਲ, ਔਰ ਡਾਕਟਰ ਨੂੰ ਕੋਈ ਖਰਚਾ ਨਹੀਂ ਆਉਂਦਾ ਇੱਕ ਸਰਟੀਫਿਕੇਟ ਉੱਪਰ नो ਲਿਖਣ ਤੇ, ਕਿਉਂਕਿ ਇਹ ਉਹਦੀ ਜ਼ਿੰਮੇਵਾਰੀ ਹੈ, ਉਸ ਦੀ ਡਿਊਟੀ ਹੈ ਤੁਹਾਨੂੰ ਇਹ ਬਣਾ ਕੇ ਦੇਣਾ। ਪਰ ਇਹ ਕਹਿਣਾ ਮਤਲਬ ਮੇਰੇ ਲਈ ਗਲਤ ਹੋਏਗਾ ਕਿ ਤੁਹਾਡਾ ਉਹ ਫ੍ਰੀ ਬਣਾ ਕੇ ਦੇਗਾ, ਕਿਉਂਕਿ ਇਹ ਉਸ ਦੀ ਮਰਜ਼ੀ ਹੈ ਕਿ ਤੁਹਾਨੂੰ ਉਹਨੇ ਫ੍ਰੀ ਦੇਣਾ ਹੈ ਜਾਂ ਉਸ ਦੇ ਪੈਸੇ ਲੈਣੇ। ਸਰਵਿਸ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ, ਬਿਲਕੁਲ ਤੁਹਾਡਾ ਕਿੰਨਾ ਅੱਛਾ ਰਿਲੇਸ਼ਨ ਹੈ ਉਸ ਡਾਕਟਰ ਦੇ ਨਾਲ, ਕਿ ਅਸੀਂ ਚੈੱਕਅਪ ਕਰਾਉਣ ਜਾਂਦੇ ਵੀ ਹਾਂ ਕਿ ਨਹੀਂ, ਕਿ ਅਸੀਂ ਸਿਰਫ ਸਰਟੀਫਿਕੇਟ ਲਈ ਜਾ ਰਹੇ ਹਾਂ। ਸੋ ਦੇਖੋ ਕਈ ਵਾਰੀ ਕਈ ਪੂਰਾ ਅੰਦਰ ਕਹਿੰਦੇ ਸਰ ਸਾਨੂੰ ਤਾਂ ਇਹ ਨਹੀਂ ਪਤਾ ਡਾਕਟਰ ਕਿੱਥੇ ਆ। ਸੋ ਦੇਖੋ ਇਹ ਡਾਕਟਰਾਂ ਦਾ ਪਤਾ ਹੋਣਾ ਜ਼ਰੂਰੀ ਹੈਗਾ, ਕਿਉਂਕਿ ਅਗਰ ਬੰਦਾ ਬਿਮਾਰ ਹੋ ਜਾਏ ਤਾਂ ਸਾਨੂੰ ਕਮ ਸੇ ਕਮ ਪਤਾ ਹੋਣਾ ਚਾਹੀਦਾ। ਕਿਉਂਕਿ ਇਹ ਵੀ ਗੱਲ ਯਾਦ ਰੱਖਿਓ, ਅਗਰ ਐਮਰਜੈਂਸੀ ਪੈਣ ਤੇ ਤੁਹਾਨੂੰ ਐਂਬੂਲੈਂਸ ਚੱਕ ਕੇ ਲੈ ਜਾਂਦੀ ਹੈ ਜਾਂ ਕਿਤੇ ਕੁਝ ਵੀ ਬਿਮਾਰੀ ਹੋ ਜਾਂਦੀ ਹੈ, ਸਰ ਨਾਲ ਪਹਿਲਾਂ ਪੁੱਛਿਆ ਗਿਆ ਸਵਾਲ ਤੁਹਾਡਾ ਫੈਮਿਲੀ ਡਾਕਟਰ ਕਿਹੜਾ ਹੈ ਜੀ। ਸੋ 1-2 ਵਾਰੀ ਗੇੜਾ ਗੂੜਾ ਮਾਰਿਆ ਕਰੋ ਇਹ ਵੀ ਡਾਕਟਰ ਤੁਹਾਡਾ ਕਿੱਥੇ ਕਿਹਾ ਵੀ ਹੈ ਵੀ ਉੱਥੇ ਕਿ ਮੰਨ ਲਓ ਉਹ ਪੈਨਸ਼ਨ ਚਲਾ ਗਿਆ ਹੈ। ਸੋ ਇਹ ਸੀਗਾ ਤੁਹਾਡਾ ਸਰਟੀਫਿਕੇਟੋ ਅਨਾਮਨੈਸਟਿਕੋ, ਜਿਸ ਦੀ ਬੁਨਿਆਦ 6 ਮਹੀਨੇ, 3 ਮਹੀਨੇ ਔਰ 6 ਮਹੀਨੇ ਡਿਪੈਂਡ ਕਰਦਾ ਹੈ ਤੁਹਾਨੂੰ ਕੌਣ ਕਿੱਦਾਂ ਐਕਸੈਪਟ ਕਰਦਾ ਹੈ। ਮੈਂ ਇਹੀ ਕਹਾਂਗਾ ਕਿ ਇਹਨੂੰ ਰੀਸੈਂਟਲੀ ਬਣਾਓ ਜਦ ਤੁਹਾਨੂੰ ਪਤਾ ਹੈ ਕਿ ਮੈਂ ਐਗਜ਼ਾਮ ਦੀ ਫਾਈਲ ਦੇਣ ਜਾਣਾ ਹੈ ਜੀ, ਤਾਂ ਕਿ ਇਹਦੀ ਵੈਲਿਡੇਸ਼ਨ ਖਤਮ ਨਾ ਹੋਏ। ਇਹ ਨਾ ਹੋਏ ਕਿ ਤੁਸੀਂ ਇਹਨੂੰ ਪਿਛਲੇ ਸਾਲ ਦਾ ਬਣਾਇਆ ਹੈ ਔਰ ਇਸ ਨੂੰ ਬਣਾਉਣ ਦੇ ਨਾਲ ਤੁਸੀਂ ਇਹਦੀ ਬੁਨਿਆਦ ਖਤਮ ਹੋ ਜੇ। ਸੋ ਪਹਿਲਾ ਸਟੈਪ ਹੈ ਸਰਟੀਫਿਕੇਟੋ ਅਨਾਮਨੈਸਟਿਕੋ, ਜੋ ਤੁਹਾਡੇ ਲਈ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਖਿੱਚਦੇ ਹੋਏ, ਸੋ ਕੁਝ ਲਾਸਟ ਸਟੈਪ ਰਹਿ ਗਏ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਨੈਕਸਟ ਜਿਹੜਾ ਸਰਟੀਫਿਕੇਟੋ ਮੈਡੀਕੋ ਆ, ਜਿਹੜਾ ਉਹਦੇ ਬਾਰੇ ਦੱਸੋ ਕਿ ਜਿਹੜਾ ਆਟੋ ਸਕੂਲੇ ਤੋਂ ਲੈਂਦੇ ਅਸੀਂ। ਸੋ ਦੇਖੋ ਕਈ ਸਟੂਡੈਂਟ ਡਾਇਰੈਕਟ ਆਟੋ ਸਕੂਲੇ ਵਿੱਚ ਚਲੇ ਜਾਂਦੇ ਨੇ ਔਰ ਕਹਿੰਦੇ ਨੇ ਸਰ ਅਸੀਂ ਇੱਕ ਅੱਖਾਂ ਕੰਨਾਂ ਦਾ ਸਰਟੀਫਿਕੇਟ ਬਣਾਉਣਾ ਹੈ ਜੀ। ਉਸ ਸਰਟੀਫਿਕੇਟ ਦਾ ਜੋ ਐਗਜ਼ੈਕਟ ਨਾਮ ਹੈ ਉਹ ਵਿਜ਼ਿਟਾ ਮੈਡੀਕਾ per idoneità alla guida, ਮਤਲਬ ਤੁਹਾਡੀ ਡਾਕਟਰੀ ਚੈੱਕਅਪ ਹੋਏਗਾ ਔਰ ਜੋ ਤੁਹਾਨੂੰ ਡਰਾਈਵਿੰਗ ਕਰਨ ਲਈ ਅਥਾਰਟੀ ਦੇਗਾ, ਪਰਮਿਸ਼ਨ ਦੇਗਾ ਵੀ ਕਿਆ ਤੁਸੀਂ ਗੱਡੀ ਚਲਾ ਸਕਦੇ ਹੋ, ਕਿਆ ਤੁਸੀਂ ਇਹਦੇ ਵਿੱਚ ਸ਼ੁਭਮਵੀਰ ਤੁਹਾਡੇ 2 ਤਰ੍ਹਾਂ ਦੇ ਟੈਸਟ ਹੁੰਦੇ ਨੇ, ਇੱਕ ਹੁੰਦਾ ਅੱਖਾਂ ਦਾ ਔਰ ਇੱਕ ਹੁੰਦਾ ਕੰਨਾਂ ਦਾ। ਸਰ ਨਾਲ ਵੱਧ ਪੁੱਛਿਆ ਗਿਆ ਸਵਾਲ, ਸਰ ਇਹ ਸਰਟੀਫਿਕੇਟ ਜੋ ਡਾਕਟਰ ਬਣਾ ਕੇ ਦਿੰਦਾ ਕਿੱਥੋਂ ਹੁੰਦਾ ਹੈ? ਕਿਆ ਸਾਨੂੰ ਕੰਪਲਸਰੀ ਕਿਸੇ ਆਟੋ ਸਕੂਲੇ ਦੇ ਥਰੂ ਹੀ ਜਾਣਾ ਪਏਗਾ ਜਾਂ ਕਿਤੇ ਹੋਰ ਜਾ ਸਕਦੇ ਹਾਂ? ਦੇਖੋ ਜੀ ਇਹ ਵੀ ਗੱਲ ਬੜੀ ਮੰਨਣੀ ਪਵੇਗੀ ਕਿ ਇਟਲੀ ਵਿੱਚ ਕਈ ਐਸੇ ਆਟੋ ਸਕੂਲੇ ਨੇ ਜੋ ਬੜੇ ਹੀ ਖਰਾਬ ਨੇ, ਬੜੇ ਹੀ ਖਰਾਬ ਇਸ ਕਰਕੇ ਨੇ, ਉਹ ਕਹਿੰਦੇ ਨੇ ਵੀ ਦਾਖਲਾ ਵੀ ਮੇਰੇ ਕੋਲ ਹੈ ਤਾਂ ਤੇਰਾ ਡਾਕਟਰੀ ਸਰਟੀਫਿਕੇਟ ਬਣਾਉਣ ਦੇਣਾ ਹੈ। ਸੋ ਦੇਖੋ ਰੱਬ ਨੇ ਰਸਤੇ ਆਪਣੇ ਲਈ ਹੋਰ ਵੀ ਬਣਾਏ ਹੋਏ ਨੇ ਔਰ ਪੰਜਾਬੀ ਆਪਣੇ ਰਸਤਾ ਕੋਈ ਨਾ ਕੋਈ ਹੋਰ ਲੱਭ ਲੈਂਦੇ ਨੇ। ਅਗਰ ਤੁਸੀਂ ਪਹਿਲੇ ਆਟੋ ਸਕੂਲੇ ਵਿੱਚ ਟਰਾਈ ਕਰੋ, ਉਹਨਾਂ ਨੂੰ ਕਹੋ ਮੈਂ ਸਿਰਫ ਡਾਕਟਰੀ ਆਪਣੀ ਕਰਵਾਉਣੀ ਹੈ, ਫਾਈਲ ਮੈਂ ਖੁਦ ਜਮ੍ਹਾਂ ਕਰਾਵਾਂਗਾ। ਧਿਆਨ ਨਾਲ ਗੱਲ ਮੇਰੀ ਇੰਪੋਰਟੈਂਟ, ਧਿਆਨ ਨਾਲ ਸੁਣਿਓ। ਤੁਸੀਂ ਬੋਲੇਤੀਨੀਆਂ ਲੈ ਲਈਆਂ ਨੇ, ਸਵੇਰ ਬੋਲੇਤੀਨੀ ਲੈ ਲਈਆਂ ਨੇ, ਡਾਕਟਰ ਕੋਲ ਸਰਟੀਫਿਕੇਟ ਬਣਾ ਲਿਆ ਹੈ, ਉਹ ਹੋਣ ਦੇ ਨਾਲ ਤੁਸੀਂ ਸ਼ਾਮ ਨੂੰ ਜਾਂ 1-2 ਦਿਨ ਦੇ ਬਾਅਦ ਅਪਾਇੰਟਮੈਂਟ ਲੈ ਲਈ ਹੈ ਆਪਣੀ ਅੱਖਾਂ ਦਾ ਔਰ ਕੰਨਾਂ ਦੇ ਵਿਜ਼ਿਟ ਦੀ। ਪਹਿਲੀ ਗੱਲ ਤਾਂ ਟਰਾਈ ਕਰੋ ਕਿਸੇ ਆਟੋ ਸਕੂਲੇ ਵਿੱਚ, ਹਰ ਆਟੋ ਸਕੂਲੇ ਵਿੱਚ ਹਫਤੇ ਦੇ 2 ਜਾਂ 3 ਦਿਨ ਪੱਕਾ ਇੱਕ ਡਾਕਟਰ ਆਉਂਦਾ ਹੈ, ਸਪੈਸ਼ਲਿਸਟ ਆਉਂਦਾ ਹੈ ਜੋ ਉਹਨਾਂ ਦਾ ਚੈੱਕਅਪ ਕਰਦਾ ਹੈ, ਉਹਨਾਂ ਦੇ ਸਟੂਡੈਂਟ ਦਾ ਜਾਂ ਕੋਈ ਵੀ ਬਾਹਰਲਾ ਸਟੂਡੈਂਟ ਹੋਵੇ। ਤੁਸੀਂ ਆਟੋ ਸਕੂਲਰ ਨੂੰ ਇੱਕ ਰਿਕੁਐਸਟ ਕਰਨੀ ਹੈ ਕਿ ਦੇਖੋ ਅਸੀਂ ਫਾਈਲ ਖੁਦ ਜਮ੍ਹਾਂ ਕਰਾਵਾਂਗੇ, ਮੇਰੀ ਸਿਰਫ ਡਾਕਟਰੀ ਕਰਵਾ ਦੇ। 80% ਆਟੋ ਸਕੂਲੇ ਤੁਹਾਨੂੰ ਹਾਂ ਕਰਨਗੇ, ਚਲ ਕੋਈ ਨਾ ਆਪਣੀ ਡਾਕਟਰੀ ਕਰਾਓ, ਕਿਉਂਕਿ ਉਹਨਾਂ ਨੇ ਵੀ ਡਾਕਟਰ ਕੋਲ ਕਮਿਸ਼ਨ ਲੈਣੀ ਹੁੰਦੀ ਹੈ, ਡਾਕਟਰ ਉਹਨਾਂ ਦੇ ਆਟੋ ਸਕੂਲੇ ਜਾਂਦਾ ਹੈ। ਉਹਨਾਂ ਨੇ ਜੋ ਡਾਕਟਰੀ ਕਰਵਾਉਣੀ ਹੈ ਆਟੋ ਸਕੂਲੇ ਵਿੱਚ ਤੁਹਾਡੀ ਹੋ ਜਾਏਗੀ, ਤੁਹਾਨੂੰ ਨਾਲ ਦੀ ਨਾਲ ਇਮੀਡੀਏਟਲੀ ਉਦੋਂ ਇੱਕ ਸਰਟੀਫਿਕੇਟ ਮਿਲੇਗਾ ਔਰ ਸਰਟੀਫਿਕੇਟ ਤੁਸੀਂ ਆਪਣੀ ਕਿੱਟ ਦੇ ਨਾਲ ਰੱਖ ਲੈਣਾ ਹੈ। ਲੇਕਿਨ ਅਗਰ ਇੱਕ ਆਟੋ ਸਕੂਲਾ ਮਨਾ ਕਰਦਾ ਹੈ, 2 ਮਨਾ ਕਰਦੇ ਨੇ, ਉਸ ਤੋਂ ਬਾਅਦ ਤੁਸੀਂ ਅਗਲਾ ਸਟੈਪ ਕੀ ਹੈ, ਉਹ ਹੈ ਆਜ਼ਲ ਇੱਕ ਐਸੀ ਸੰਸਥਾ ਹੈ, ਇੱਕ ਐਸੀ ਬ੍ਰਾਂਚ ਹੈ ਜਿੰਦੇ ਵਿੱਚ ਤੁਹਾਡੀ ਡਾਕਟਰੀ ਕੀਤੀ ਜਾਏਗੀ। ਉਹਨਾਂ ਦੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਉਹਨਾਂ ਦੀ ਆਜ਼ਲ ਹੈਗੀ ਆ, ਜਿਵੇਂ ਅਸੀਂ ਕਹਿੰਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਲੀਡਾ ਬ੍ਰਦਰਸ। ਸੋ ਦੇਖੋ ਆਜ਼ਲ ਵਾਲੇ ਕੀ ਕਰਨਗੇ, ਤੁਹਾਡੀ ਡਾਕਟਰੀ ਕਰਨਗੇ। ਤੁਸੀਂ ਆਜ਼ਲ ਵਾਲਿਆਂ ਨੂੰ ਇਹ ਗੱਲ ਜ਼ਰੂਰ ਦੱਸ ਦਿਓ ਕਿ ਤੁਸੀਂ ਲਾਇਸੈਂਸ ਲੈਣਾ ਹੈ ਔਰ ਲਾਇਸੈਂਸ ਲਈ ਮੈਨੂੰ ਵਿਜ਼ਿਟਾ ਕਰਕੇ ਦਿਓ, ਕਿਉਂਕਿ ਉਹਨਾਂ ਕੋਲ ਇਹੀ ਜਿਹੜੇ ਡਾਕਟਰ ਸਵੇਰੇ ਆਟੋ ਸਕੂਲਾਂ 'ਚ ਆਉਂਦੇ ਨੇ, ਸ਼ਾਮ ਨੂੰ
ਉਹ ਸਵੇਰੇ ਆਜ਼ਲ 'ਚ ਬੈਠੇ ਹੁੰਦੇ ਨੇ, ਮਤਲਬ ਇਹ ਡਿਊਟੀਆਂ ਇਹਨਾਂ ਦੀ ਚੇਂਜ ਹੋ ਜਾਂਦੀ ਹੈ ਨਾ। ਦੇਖੋ ਕਈ ਸਰਕਾਰੀ ਹਸਪੀਟਲਾਂ ਵਾਲੇ ਜਾਂ ਸਰਕਾਰੀ ਸਕੂਲਾਂ ਵਾਲੇ ਨੇ ਆਪਣੇ ਟਿਊਸ਼ਨ ਸੈਂਟਰ ਖੋਲ੍ਹੇ ਹੋਏ ਨੇ ਜਾਂ ਆਪਣੇ ਖੁਦ ਦੇ ਕਲੀਨਿਕ, ਇੱਦਾਂ ਹੀ ਸੇਮ ਇਹੀ ਸਿਸਟਮ ਵੀ ਇੱਦਾਂ ਹੀ ਚੱਲਦਾ ਹੈ। ਸੋ ਤੁਸੀਂ ਆਜ਼ਲ ਵਾਲਿਆਂ ਕੋਲ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ। ਹੋਰ ਕੋਈ ਸਵਾਲ ਪੁੱਛਿਆ ਗਿਆ? ਸੋ ਸਿਰਫ 2 ਸਵਾਲ ਜਿਹੜੇ ਪੈਂਡਿੰਗ ਰਹਿ ਗਏ ਨੇ, ਉਹ ਹੈ ਕਿ ਜਿਵੇਂ ਮੈਨੂੰ ਸਪੈਕਸ ਲੱਗੀਆਂ ਨੇ ਤੇ ਜਾਂ ਕਈ ਡਰਦੇ ਨੇ ਕਿ ਸਰ ਅਗਰ ਮੇਰੀ ਉੱਥੇ ਨਿਗਾਹ ਘੱਟ ਆ ਗਈ ਤੇ ਕਿ ਮੈਂ ਐਗਜ਼ਾਮ ਦੇ ਪਾਵਾਂਗਾ ਕਿ ਨਹੀਂ ਦੇ ਪਾਵਾਂਗਾ। ਸੋ ਉਹਨਾਂ ਨੂੰ ਦੱਸੋ ਕਿ ਅਗਰ ਸਪੈਕਸ ਲੱਗੀਆਂ ਨੇ ਕੋਈ ਪ੍ਰੋਬਲਮ ਨਹੀਂ ਹੈ, ਬਟ ਉਹਦਾ ਸੋਲਿਊਸ਼ਨ ਕੀ ਆ ਉਹ ਤੁਸੀਂ ਉਹਨਾਂ ਨੂੰ ਦੱਸੋ। ਦੇਖੋ ਡਾਕਟਰੀ ਡਿਸਾਈਡ ਹੋਗੀ ਕਰਵਾਉਣੀ ਕਿੱਥੇ ਹੈ, ਉਸ ਤੋਂ ਬਾਅਦ ਤੁਹਾਡੀ ਡਾਕਟਰੀ ਹੋਏਗੀ ਅੱਖਾਂ ਦੀ ਔਰ ਕੰਨਾਂ ਦੀ। ਤੁਹਾਨੂੰ ਮਤਲਬ ਕਿ ਇੰਨਾ ਕੁ ਖੈਰ ਆਪਾਂ ਸੁਣ ਹੀ ਲਵਾਂਗੇ, ਥੋੜਾ ਅੰਦਾਜ਼ਾ ਲਗਾ ਕੇ ਵੀ ਖੋਜਾ ਕੀ ਕਿਹਾ ਉੱਥੇ। ਦੇਖੋ ਆਪਣੇ ਪੰਜਾਬੀ ਬੜੇ ਖਰਾਬ ਹੁੰਦੇ ਨੇ ਜੀ, ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ, ਆਪਾਂ ਕੋਈ ਨਾ ਕੋਈ ਜੁਗਾੜ ਲਾ ਲਈਦਾ ਆ। ਬਿਲਕੁਲ ਕਈ ਵਾਰੀ ਤੁਹਾਨੂੰ ਦਿਖਦਾ ਵੀ ਨਹੀਂ ਹੁੰਦਾ ਔਰ ਆਪਾਂ ਤੁੱਕੇ ਨਾ ਕਹਿੰਦੇ ਵੀ ਉਹ ਚੀਜ਼ ਲਿਖੀ ਹੈ। ਨਹੀਂ, ਕਈ ਵਾਰੀ ਆਪਾਂ ਇਦਾਂ ਕਰ ਲੈਂਦੇ ਨਾ, ਫਟਾਫਟ ਸੱਜੀ ਅੱਖ ਨਾ ਦੇ ਕੇ ਖੱਬੇ ਕਰ ਲੈਂਦੇ। ਮੈਨੂੰ ਕਈ ਐਸੇ ਕੇਸ ਦੇਖਣ ਨੂੰ ਮਿਲੇ ਨੇ, ਉਹ ਆਟੋ ਸਕੂਲ ਵਾਲੇ ਕਹਿੰਦੇ ਯਾਰ ਤੁਹਾਡੇ ਬੰਦੇ ਬੜੇ ਖਰਾਬ ਨੇ, ਅੱਖਾਂ ਕਰਕੇ ਨਾਲ ਦੇਖ ਕੇ ਫਿਰ ਅੱਤ ਕਰ ਰਹੇ। ਸੋ ਦੇਖੋ ਇਮਾਨਦਾਰੀ ਨਾਲ ਜੋ ਡਾਕਟਰੀ ਹੈ ਉਹ ਤੁਹਾਡੀ ਇਮਾਨਦਾਰੀ ਨਾਲ ਹੀ ਹੋਣੀ ਚਾਹੀਦੀ। ਚਲੋ ਗੱਲਾਂ ਹਾਸੇ ਖੇਡੇ ਵਾਲੀ ਤਾਂ ਕਰਦਾ ਕਿ ਤੁਸੀਂ ਵੀਡੀਓ ਵੇਖ ਕੇ ਬੋਰ ਨਾ ਹੋਵੋ। ਇਹ ਡਾਕਟਰ ਤੇ ਡਿਪੈਂਡ ਕਰਦਾ ਹੈ ਕਿ ਡਾਕਟਰ ਅੱਗੋਂ ਤੁਹਾਨੂੰ ਕੱਬੇ ਸੁਭਾਅ ਵਾਲਾ ਮਿਲਿਆ ਹੈ ਜਾਂ ਕਿ ਸ਼ਾਂਤ ਡਾਕਟਰ। ਮੇਰੇ ਵਰਗਾ ਮਿਲ ਗਿਆ ਜੋ ਕਹਿੰਦਾ ਕੋਈ ਨਹੀਂ ਲਾਈ ਜਾਓ ਕਲਾਸਾਂ ਜਦ ਤੱਕ ਪਾਸ ਨਹੀਂ ਹੁੰਦੀ ਉੱਥੇ ਨਾ। ਸੋ ਤੁਹਾਡੇ ਅੱਖਾਂ ਦੀ ਡਾਕਟਰੀ ਹੋਏਗੀ, ਤੁਹਾਡੇ ਕੰਨਾਂ ਦੀ ਡਾਕਟਰੀ ਹੋਏਗੀ, ਔਰ ਕੁਝ ਐਸੇ ਡਾਕਟਰ ਨੇ ਜੋ ਤੁਹਾਨੂੰ ਕਲਰ ਵੀ ਦਿਖਾਣਗੇ, ਰੰਗ ਦਿਖਾਣਗੇ, ਕਿਉਂਕਿ ਕਈਆਂ ਨੂੰ ਪ੍ਰੋਬਲਮ ਹੈ ਕਲਰ ਬਲਾਈਂਡਨੈਸ ਦੀ, ਕਿਉਂਕਿ ਉਹਨਾਂ ਨੂੰ ਰੰਗਾਂ ਦੀ ਪਹਿਚਾਨ ਨਹੀਂ ਹੈਗੀ। ਇਹ ਹਰ 1000 ਸਟੂਡੈਂਟ ਪਿੱਛੇ ਇੱਕ ਨੂੰ ਹੈ। ਜੀ ਜੀ, ਮਤਲਬ ਮੈਂ ਹੁਣ ਤੱਕ ਦੇ ਆਪਣੇ ਕੈਰੀਅਰ ਵਿੱਚ ਕਿਸੇ ਨੂੰ ਫੇਲ ਹੁੰਦਾ ਨਹੀਂ ਦੇਖਿਆ ਕਿ ਉਹਨਾਂ ਨੂੰ ਕਲਰ ਬਲਾਈਂਡਨੈਸ ਵਿੱਚ ਪ੍ਰੋਬਲਮ ਹੈਗੀ ਆ। ਸੋ ਇਹਦਾ ਸੋਲੂਸ਼ਨ ਜਿਵੇਂ ਕਿ ਉਹ ਜਿਵੇਂ ਪਾਸ ਕਰਦੇ ਨੇ ਜਾਂ ਜਦ ਤੁਹਾਡੀ ਡਾਕਟਰੀ ਹੋ ਗਈ ਆ, ਡਾਕਟਰੀ ਸਰਟੀਫਿਕੇਟ ਦੇ ਉੱਪਰ ਲਿਖਿਆ ਜਾਏਗਾ ਤੁਹਾਡੀ ਰਾਈਟ ਜਾਂ ਲੈਫਟ ਆਈਜ਼ ਵਿੱਚ ਪ੍ਰੋਬਲਮ ਕੀ ਹੈ। 10 ਨੰਬਰ ਹੁੰਦੇ ਨੇ ਟੋਟਲ, 10 ਪੁਆਇੰਟ। 10 ਵਿੱਚੋਂ ਤੁਹਾਨੂੰ ਕਿੰਨੇ ਦਿੰਦੇ ਨੇ? 8, 9, 7 ਜਾਂ 5। ਇੱਕ ਵਾਰੀ ਤੁਹਾਡੀ ਨਿਗਾਹ ਡਾਕਟਰ ਨੇ ਲਿਖਤੀ ਵੀ ਤੁਹਾਨੂੰ ਘੱਟ ਦਿਖਦਾ ਹੈ, ਉਸ ਦੇ ਬਾਅਦ 2 ਰਸਤੇ ਨੇ। ਦੇਖੋ ਜਿਹੜਾ ਸ਼ੁਭਮ ਵੀਰ ਤੁਸੀਂ ਆਲਰੇਡੀ ਸਪੈਕਸ ਲਗਾਈਆਂ ਹੋਈਆਂ ਤੇ ਇਹ ਦੂਰ ਦੀ ਨਿਗਾਹ ਦੇ ਜਾਂ ਲਾਗੇ ਦੀ ਨੇ? ਇਹ ਦੂਰ ਦੀ ਹੈ। ਦੂਰ ਦੀ। ਸੋ ਤੁਹਾਨੂੰ ਆਲਰੇਡੀ ਪਤਾ ਹੈ ਕਿ ਤੁਹਾਡੀ ਨਿਗਾਹ ਦੀ ਪ੍ਰੋਬਲਮ ਹੈ। ਸੋ ਇਹ ਤਾਂ ਗੱਲ ਹੋਏਗੀ ਕਿ ਉੱਥੇ ਜਾ ਕੇ ਮੈਂ ਕਹਾਂਗਾ ਵੀ ਮੈਨੂੰ ਪਤਾ ਨਹੀਂ ਸੀਗਾ। ਤੁਹਾਨੂੰ ਪਤਾ ਹੈ, ਤੁਸੀਂ ਉਹਨੂੰ ਪਹਿਲੇ ਡਾਕਟਰ ਨੂੰ ਕਹਿ ਦਿਓ ਕਿ ਮੇਰੇ ਸਪੈਕਸ ਲੱਗੇ ਹੋਏ ਨੇ, ਉਹ ਫਿਰ ਤੁਹਾਨੂੰ ਉਸੇ ਤਰੀਕੇ ਨਾਲ ਤੁਹਾਡੇ ਲਿਖ ਦੇਗਾ ਵੀ ਤੁਹਾਨੂੰ ਨਿਗਾਹ ਦੀ ਪ੍ਰੋਬਲਮ ਹੈ, ਔਰ ਤੁਹਾਡੇ ਸਰਟੀਫਿਕੇਟ ਉੱਪਰ ਲਿਖਿਆ ਜਾਏਗਾ ਵੀ ਸਟੂਡੈਂਟ ਆਲਰੇਡੀ ਸਪੈਕਸ ਲਗਾਉਂਦਾ ਹੈ। ਜੇ ਮੈਨੂੰ ਪੁੱਛਿਆ ਸੀ ਤਾਂ ਪਹਿਲੇ ਦੱਸਦਾ ਕਿ ਮੇਰੀ ਲੈਫਟ ਆਈ। ਬਿਲਕੁਲ। ਔਰ ਜਿਨ੍ਹਾਂ ਨੂੰ ਪਤਾ ਹੀ ਉਸ ਦਿਨ ਲੱਗਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਹੈ, ਦੇਖੋ ਆਪਾਂ ਜਿੰਨੇ ਵੀ ਆਪਾਂ ਮਤਲਬ ਕਿ ਮੰਮੀ ਵਿੱਚ ਆਉਂਦਾ ਵਾ, ਆਪਾਂ ਆਪਣੀ ਬਿਮਾਰੀ ਉਦੋਂ ਪਤਾ ਲੱਗਦਾ ਹੈ ਜਿੱਦਣ ਆਪਾਂ ਜ਼ਿਆਦਾ ਬਿਮਾਰ ਹੋ ਜਾਈਏ ਵੀ ਮੈਨੂੰ ਵਾਕਈ ਪ੍ਰੋਬਲਮ ਸੀਗੀ, ਹੈ ਨਾ, ਇਦਾਂ ਹੁੰਦਾ। ਸੋ ਮੇਰੇ ਇੱਕ ਜਾਣਕਾਰ ਨੇ, ਉਹ ਵਿਜ਼ਿਟਾ ਕਰਾਉਣ ਗਏ ਤੇ ਉਹਨਾਂ ਨੇ ਨਾ ਮਤਲਬ ਕਾਫੀ ਉਹਨਾਂ ਨੂੰ ਸਿਰ ਦਰਦ ਕਰਦਾ ਸੀ ਉਹਨਾਂ ਦਾ। ਉਹਨਾਂ ਨੇ ਕਦੀ ਦਵਾਈ ਖਾ ਲੈਣੀ, ਓਕੀ ਦਾ ਬੂਸਟਾ ਖਾ ਲੈਣਾ। ਜਿੱਦਣ ਉਹ ਲਾਇਸੈਂਸ ਦਾ ਡਾਕਟਰੀ ਕਰਾਉਣ ਗਏ ਤੇ ਉਹਨਾਂ ਨੇ ਪਤਾ ਲੱਗਾ ਵੀ ਉਹਨਾਂ ਦੀ ਨਿਗਾਹ ਮੇਰੇ ਖਿਆਲ ਮੋਟਾ ਚਸ਼ਮਾ ਕਿੰਨੇ ਨੰਬਰ 4 ਜਾਂ 5 ਨੰਬਰ ਲੱਗਾ ਸੀਗਾ, 3 ਨੰਬਰ ਲੱਗਾ ਸੀਗਾ, ਮਤਲਬ ਕਿ ਮੋਟਾ ਚਸ਼ਮਾ ਲੱਗਾ ਸੀਗਾ 3 ਨੰਬਰ, 5 ਕਿਹਾ ਗਿਆ, 3 ਨੰਬਰ ਲੱਗਾ ਸੀਗਾ ਚਸ਼ਮਾ। ਔਰ ਜਦੋਂ ਐਡਾ ਮੋਟਾ ਚਸ਼ਮਾ ਲੱਗਾ, ਡਾਕਟਰ ਨੇ ਕਿਹਾ ਵੀ ਹੁਣ ਤੇਰਾ ਸਿਰ ਤੇ ਨਹੀਂ ਦਰਦ ਕਰਦਾ? ਕਹਿੰਦੇ ਹੁਣ ਨਹੀਂ ਕਰਦਾ। ਉਸ ਦਿਨ ਉਹਨੂੰ ਪਤਾ ਲੱਗਾ ਵੀ ਅਸਲ 'ਚ ਜੋ ਸਿਰ ਦਰਦ ਸੀਗਾ ਉਹ ਸਿਰ ਦਰਦ ਨਹੀਂ ਸੀਗਾ, ਅੱਖਾਂ ਦੀ ਪ੍ਰੋਬਲਮ ਸੀ। ਸੋ ਦੇਖੋ ਅੱਗੇ ਗੱਲ ਵਧਾਉਂਦੇ ਹਾਂ ਕਿ ਜਦ ਡਾਕਟਰ ਨੇ ਤੁਹਾਨੂੰ ਲਿਖਤਾ ਹੈ ਕਿ ਤੁਹਾਨੂੰ ਸਪੈਕਸ ਲੱਗਣੀ ਜ਼ਰੂਰੀ ਹੈ, ਫਿਰ ਤੁਹਾਡੇ ਕੋਲ 2 ਆਪਸ਼ਨ ਨੇ। ਕਈ ਲੈਂਸ ਪਾਉਂਦੇ ਨੇ ਤੇ ਕਈ ਸਪੈਕਸ ਲਗਾਉਂਦੇ ਨੇ। ਤੁਸੀਂ ਪ੍ਰੈਫਰ ਕਰਦੇ ਹੋ ਸਪੈਕਸ ਨੂੰ, ਤਾਂ ਤੁਸੀਂ ਸਪੈਕਸ ਲਗਾਓ। ਲੇਕਿਨ ਜੋ ਲੈਂਸ ਪਾਉਂਦੇ ਨੇ, ਮੇਰੀ ਕੁਝ ਫਰੈਂਡ ਨੇ ਉਹ ਲੈਂਸ ਲਾ ਕੇ ਖੁਸ਼ ਨੇ। ਅਗਰ ਤੁਹਾਡੇ ਲਾਇਸੈਂਸ ਦੇ ਸਰਟੀਫਿਕੇਟ ਉੱਪਰ ਸਪੈਕਸ ਲਿਖਤਾ ਹੈ ਕਿ ਤੁਹਾਨੂੰ ਨਿਗਾਹ ਦੀ ਪ੍ਰੋਬਲਮ ਹੈ, ਇਹਦਾ ਇੱਕ ਕੋਡ ਹੈ, ਕੋਡੀਚੇ ਆਰਮੋਨੀਜ਼ਾਤੋ ਜੀ। ਅਕਸਰ ਲਾਇਸੈਂਸ ਦੇ ਵਿੱਚ ਵੀ ਜ਼ਿਕਰ ਹੁੰਦਾ ਇਹਦਾ। ਬਿਲਕੁਲ, ਇਹ ਲਾਇਸੈਂਸ ਦੇ ਇੱਕ ਟੌਪਿਕ ਹੈ। ਕੋਡੀਚੇ ਆਰਮੋਨੀਜ਼ਾਤੋ ਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਇੱਕ ਤੁਹਾਨੂੰ ਸਪੈਸ਼ਲ ਤੁਹਾਡੇ ਲਾਇਸੈਂਸ ਉੱਪਰ ਇੱਕ ਕੋਡ ਮੈਂਸ਼ਨ ਕੀਤਾ ਜਾਏਗਾ 01 ਕੋਡ ਹੁੰਦਾ ਨਿਗਾਹ ਵਾਸਤੇ। ਉੱਦਾਂ ਹਰ ਇੱਕ ਬਿਮਾਰੀ ਦਾ, ਹਰ ਇੱਕ ਡਿਵਾਈਸ ਦਾ ਅਲੱਗ-ਅਲੱਗ ਕੋਡ ਹੈਗਾ ਆ। ਔਰ ਇਹ ਜੋ ਕੋਡ ਤੁਹਾਡੇ ਲਾਇਸੈਂਸ ਉੱਪਰ ਲਿਖਿਆ ਜਾਂਦਾ ਹੈ, ਜਦ ਤੁਹਾਨੂੰ ਪੁਲਿਸ ਵਾਲੇ ਰੋਕਦੇ ਨੇ, ਦੇਖੋ ਪੁਲਿਸ ਵਾਲਿਆਂ ਨੂੰ ਕਿੱਦਾਂ ਪਤਾ ਲੱਗੇਗਾ ਵੀ ਸ਼ੁਭਮ ਵੀਰ ਸਪੈਕਸ ਲਗਾਉਂਦਾ ਹੈ? ਤੁਹਾਡੇ ਲਾਇਸੈਂਸ ਤੋਂ ਹੀ ਪਤਾ ਚੱਲੇਗਾ ਜੀ, ਕੋਡ ਦੇਖਣਗੇ। ਔਰ ਅਗਰ ਉਸ ਦਿਨ ਤੁਸੀਂ ਸਪੈਕਸ ਨਹੀਂ ਲਗਾਈ
ਜਾਂ ਲੈਂਸ ਨਹੀਂ ਪਾਏ ਜੋ ਤੁਹਾਡੇ ਲਿਖਿਆ ਹੋਇਆ ਸੀਗਾ, ਫਿਰ ਤੁਹਾਡੀਆਂ ਲਾਇਸੈਂਸ ਦੀਆਂ ਪੁੰਤੀਆਂ ਵੀ ਕੱਟੀਆਂ ਜਾ ਸਕਦੀਆਂ ਨੇ। ਸੋ ਅੱਜ ਦੀ ਵੀਡੀਓ ਅਸੀਂ ਇੱਥੋਂ ਤੱਕ ਹੀ ਬਣਾਵਾਂਗੇ। ਸੋ ਨੈਕਸਟ ਪਾਰਟ ਵੀ ਇਹਦਾ ਬਣਾਵਾਂਗੇ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਜਿਹੜੀ ਫਾਈਲ ਹੈ ਉਹ ਕਿੱਦਾਂ ਫਿਲ ਕਰਨੀ ਆ, ਨੋਮੇ ਕਨਿਓਮੇ ਕਿਸ ਤਰੀਕੇ ਸੈੱਟ ਕਰਨੇ ਨੇ। ਇਹ ਤੇ ਸੀ ਕਿ ਡਾਕੂਮੈਂਟ ਕਿਹੜੇ ਜ਼ਰੂਰੀ ਨੇ। ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਕਿਹੜੀ ਪ੍ਰੋਬਲਮ ਆਉਂਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ, ਤਾਂ ਕਿ ਅਸੀਂ ਉਹਦਾ ਐਨਾਲਿਸਿਸ ਕਰਕੇ ਇੱਕ ਪ੍ਰੋਪਰ ਇਨਫੋਰਮੇਸ਼ਨ ਦੇ ਸਕੀਏ। ਤਾਂ ਅਗਲੀ ਨੈਕਸਟ ਵੀਡੀਓ ਆਪਾਂ ਉਸੇ ਤੇ ਪੋਸਟ ਕਰਾਂਗੇ। ਸੋ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ, ਮੈਨੂੰ ਲੱਗਦਾ ਕਿ ਇਹ ਬੇਸਿਕ ਗੱਲਾਂ ਨੇ ਜੋ ਸਾਨੂੰ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਔਰ ਇਹ ਵੀਡੀਓ ਜਿਹੜਾ ਮੇਰਾ ਸਟੂਡੈਂਟ ਹੈ ਜੋ ਮੇਰੇ ਤੱਕ ਪਹੁੰਚਿਆ ਹੈ ਉਹਨਾਂ ਨੂੰ ਹੋਰ ਜ਼ਿਆਦਾ ਈਜ਼ੀ ਕਰਨ ਲਈ ਬਣਾਈ ਹੈ। ਇਹ ਸੀਗਾ ਤੁਹਾਡਾ ਫਰਸਟ ਸਟੈਪ ਫਾਈਲ ਰੈਡੀ ਕਰਨ ਤੋਂ ਪਹਿਲੇ। ਜਿਹੜਾ ਲਿੰਕ ਤੁਹਾਨੂੰ ਇੱਧਰ ਸ਼ੋ ਹੋ ਰਿਹਾ ਉਸ ਲਿੰਕ ਤੇ ਕਲਿੱਕ ਕਰੋ ਔਰ ਉੱਥੇ ਤੁਸੀਂ ਦੇਖੋ ਤੁਸੀਂ ਫਾਈਲ ਨੂੰ ਕਿਵੇਂ ਖੁਦ ਫਿਲ ਕਰ ਸਕਦੇ ਹੋ, ਕਿਉਂਕਿ ਅਗਰ ਤੁਸੀਂ ਖੁਦ ਐਗਜ਼ਾਮ ਦੇਣਾ ਚਾਹੁੰਦੇ ਹੋ ਸਾਰੇ ਕੰਮ ਤੁਹਾਨੂੰ ਖੁਦ ਕਰਨੇ ਪੈਣਗੇ। ਵੀਡੀਓ ਮੇਰੀ ਪੱਕੀ ਸੇਵ ਕਰ ਲਓ, ਜਿੱਥੇ ਜਾਣਾ ਨਾਲ ਕੱਢ ਦਿਖਾਏਗਾ ਵੀ ਅਸੀਂ ਆਹ ਕਰਵਾਉਣਾ ਹੈ, ਅਸੀਂ ਆਹ ਕਰਵਾਉਣਾ ਹੈ, ਠੀਕ ਆ। ਸੋ ਦੇਖੋ ਹੱਸ ਖੇਡ ਕੇ ਤੁਹਾਨੂੰ ਪੜ੍ਹਾਈ ਦਾ ਆ, ਹੱਸ ਖੇਡ ਕੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਦੀਆਂ ਨੇ। ਇਟਲੀ ਵਿੱਚ ਜਾਂ ਦੁਨੀਆ ਤੇ ਕਿਤੇ ਵੀ ਅਗਰ ਤੁਸੀਂ ਤਰੱਕੀ ਕਰਨੀ ਹੈ, ਪਹਿਲੀ ਗੱਲ ਤੇ ਬੰਦਾ ਖੁਸ਼ ਦਿਲ ਚਾਹੀਦਾ ਆ। ਕੰਮ ਸਾਰੇ ਹੋ ਜਾਂਦੇ ਨੇ, ਕੰਮ ਕਈ ਨਹੀਂ ਰੁਕਦਾ ਹੈਗਾ, ਬਸ ਕਈਆਂ ਦਾ ਮਹੀਨਾ ਪਹਿਲਾਂ ਹੋ ਜਾਏਗਾ, ਕਈਆਂ ਦਾ ਮਹੀਨਾ ਬਾਅਦ ਵਿੱਚ ਹੋ ਜਾਏਗਾ। ਸੋ ਇੰਨੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੋਂ ਬਾਅਦ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਤੁਹਾਡਾ ਥੈਂਕ ਯੂ ਕਰਨਾ ਚਾਹੁੰਦੇ ਹਾਂ। ਮਿਲਦੇ ਹਾਂ ਇੱਕ ਅਗਲੀ ਵੀਡੀਓ ਵਿੱਚ, ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਵਾਲੇਕੁਮ ਤੇ ਨਮਸਤੇ।